वाहिगुरु जी का खालसा वाहिगुरु जी की फतेह जियो। नव निध सिध रिध दीने करते, टोट न आवे काई राम। खात खर्चित बिरशत सुख पाया, करते की दात सवाई राम। दात सवाए नखट न जाए, अंतर जामी पाया। कोट बिघन सगले उठ नाठे, दुख न नेड़े आया। शांत सहज आनंद कनेरे, बिनसी भूख सवाई। नानक गुण गावे स्वामी के, अचरज जिस वडियाई राम। चल रही सेवा दे विच निरंकार सच्चे पातशाह जो किरपा कर रहे ने, ज्ञान दे सागर ज्ञान दे भंडार दे विचों सतगुर सच्चे पातशाह जी जीवन जांच सिखा रहे हैं। गुरु निरंकार की कृपा दे नाल आप जी की सेवा दे विच हाजिर हुए हैं। कृपा करनी, इस सेवा नूं प्रवान करना, दासां दी हाजरी आप जी के चरणों दे विच, निरंकार सच्चे पातशाह के चरणों दे विच लग जावे। आओ जो श्री राग दे विच पहली बार धन धन गुरु रामदास महाराज सच्चे पातशाह दी है। सारियां पौड़ियां ये गुरु रामदास महाराज सच्चे पातशाह ने कृपा की संसार दे उत्ते, पर इहदे विच एक भी कोई सलोक नहीं है जिहड़ा कि गुरु रामदास महाराज सच्चे पातशाह दा होवे। इस दे विच सलोक पहले प्रीतम निरंकार, दूसरे दे और तीसरे दे हैं। इत्थों अनुभव हुंदा है कि जिसले पंजवें जामे दे विच गुरु नानक निरंकार सच्चे पातशाह की जोत गुरु अर्जन देव महाराज सच्चे पातशाह दे विच विचर रही सी, उस वेले किदां तबदीर दे नाल किस रूप दे नाल इस माला नूं परोया। आओ निरंकार जो ज्ञान दिंदे ने उस आप कृपा करके हिरदे दे विच धारनी करना उस ज्ञान नूं कि सानू कुछ ना कुछ इस संसार दे ते आया नूं लाहा प्राप्त हो जावे। श्लोक महला पहला, कुदरत करके वसिया सोए। निरंकार सच्चे पातशाह दी ये बाणी इत्थों शुरुआत जिहड़ी हुंदी है। और खानका जिहड़ियां ने ਉਹ ਛੋਟੀਆਂ ਛੋਟੀਆਂ ਬੰਨਣ ਦੀ ਕੋਸ਼ਿਸ਼ ਕਰਾਂਗੇ ਆਪ ਜੀ ਦੇ ਨਾਲ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਸੁਣ ਸੁਣ ਕੇ ਦੂਰ ਦਰੇਡੇ ਤੋਂ ਬੜੀ ਸੰਗਤ ਆਪਣੇ ਭਰਮ ਦੂਰ ਕਰਨ ਵਾਸਤੇ ਮਾਲਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਬਹਿੰਦੇ ਸਨ, ਉਪਦੇਸ਼ ਲੈਂਦੇ ਸਨ। ਜਿਹੜਾ ਕੋਈ ਮਨ ਦੇ ਵਿੱਚ ਭੁਲੇਖਾ ਸੀ ਉਹ ਸਤਿਗੁਰ ਦੇ ਚਰਨਾਂ ਦੇ ਵਿੱਚ ਰੱਖ ਦਿੰਦੇ ਸਨ। ਔਰ ਇਸੇ ਤਰ੍ਹਾਂ ਸਤਿਗੁਰ ਜੀ ਗੁਰਬਾਣੀ ਰਾਹੀਂ ਨਿਰੰਕਾਰ ਦੇ ਸਿਫਤ ਸਲਾਹ ਦੇ ਰਾਹੀਂ ਉਹਨਾਂ ਨੂੰ ਉਪਦੇਸ਼ ਦਿੰਦੇ, ਜਿੱਦਾਂ ਅੱਜ ਸੰਸਾਰ ਨੂੰ ਦੇ ਰਹੇ ਨੇ। ਮੈਂ ਇੱਕ ਪਹਿਲਾਂ ਬੇਨਤੀ ਕਰ ਦੇਵਾਂ, ਜੋ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਗੁਰੂ ਨਿਰੰਕਾਰ ਦੀ ਜੋ ਹੱਥ ਤੇ ਰੱਖੇ ਹੋਏ ਟਕੇ ਦੀ ਗੱਲ ਸੀ, ਬੜੇ ਭਾਵੁਕ ਹੋ ਜਾਈਦਾ, ਕਿਉਂਕਿ ਪ੍ਰੇਮ ਹੀ ਇਸ ਤਰ੍ਹਾਂ ਦਾ ਮਾਲਕ ਸੱਚੇ ਪਾਤਸ਼ਾਹ ਨੇ ਪਾਇਆ ਹੋਇਆ ਹੈ। ਸੋ ਇਹ ਕਈ ਜਿਹੜੀਆਂ ਸਾਖੀਆਂ ਹੁੰਦੀਆਂ ਨੇ, ਇਹਨਾਂ ਨੂੰ ਜਿਹੜੇ ਅੱਜ ਦੇ ਵਿਦਵਾਨ ਆਖ ਲਓ ਜਾਂ ਜਿਹੜੇ ਬਹੁਤੇ ਆਪਣੀ ਮੱਤ ਦੇ ਮਗਰ ਚੱਲਦੇ ਨੇ, ਉਹ ਇਹਨਾਂ ਨੂੰ ਸੱਚ ਨਹੀਂ ਮੰਨਦੇ। ਪਰ ਮੈਂ ਹਰ ਰੋਜ਼ ਇਹ ਬੇਨਤੀ ਕਰਦਾ ਆਇਆ ਆਪ ਜੀ ਦੇ ਚਰਨਾਂ ਦੇ ਵਿੱਚ, ਕਦੀ ਵੀ ਤਰਕ ਨਾ ਕਰਿਓ, ਕਿਉਂਕਿ ਜਿਹੜਾ ਅੱਜ ਦਾ ਸਮਾਂ ਚੱਲਣ ਡਿਆ ਆ, ਇਹ ਤੋਂ ਆਪਣੇ ਕੋਲ ਐਡੀ ਹਿੰਮਤ ਨਹੀਂ ਹੈ, ਆਪਣੇ ਕੋਲ ਐਡਾ ਸਾਡਾ ਜਿਹੜਾ ਦਿਮਾਗ ਐਡਾ ਉੱਚਾ ਤੇ ਸੁੱਚਾ ਨਹੀਂ ਕਿ ਅਸੀਂ 550 ਸਾਲ ਪਿੱਛੇ ਜਾ ਸਕੀਏ। ਉਸ ਤਰ੍ਹਾਂ ਦਾ ਜਿਹੜਾ ਸਮਾਂ ਉੱਥੇ ਸੀ ਉਸ ਨੂੰ ਅਸੀਂ ਅਨੁਭਵ ਕਰ ਸਕੀਏ।
ਪਰ ਇਤਿਹਾਸ ਦੇ ਵਿੱਚ ਬੜਾ ਕੁਝ ਹੈ, ਬੜਾ ਗਿਆਨ ਹੈ ਇਤਿਹਾਸ ਦੇ ਵਿੱਚ। ਜੇ ਅਸੀਂ ਪਤਾ ਜਿਹਦੇ ਵਿੱਚੋਂ ਅਸੀਂ ਪਤਾ ਕਰ ਸਕਦੇ ਹਾਂ ਕਿ ਅੱਜ ਤੋਂ 500 ਸਾਲ ਦੁਨੀਆ ਕਿਸ ਤਰ੍ਹਾਂ ਦੀ ਸੀ, ਕਿਹੜੇ ਰੂਪ ਦੇ ਰੰਗ ਦੇ ਵਿੱਚ ਰਹਿੰਦੀ ਸੀ। ਹਾਂ, ਸਾਇੰਸ ਨੇ ਬੜੀ ਤਰੱਕੀ ਕੀਤੀ ਤੇ ਨਾਲ ਨਾਲ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਵੀ ਆਪਣੀਆਂ ਮਿਹਰਾਂ ਦਾ ਜਿਹੜੇ ਖਜ਼ਾਨੇ ਨੇ ਉਹ ਖੋਲੇ ਨੇ। ਜੋ ਬਾਣੀ ਦੇ ਵਿੱਚ ਜਿਹੜਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ, ਇਹ 500 ਸਾਲ ਪਹਿਲਾਂ ਦੀ ਗੱਲ ਹੈ, 550 ਸਾਲ ਪਹਿਲਾਂ ਦੀਆਂ ਗੱਲਾਂ ਨੇ, ਜਦੋਂ ਕਿ ਨਾ ਇਹ ਜਹਾਜ਼ ਹੋਇਆ ਕਰਦੇ ਸਨ, ਨਾ ਗੱਡੀਆਂ ਮੋਟਰਾਂ ਹੋਇਆ ਕਰਦੀਆਂ ਸਨ, ਇੱਥੇ ਤੱਕ ਕਿ ਬਿਜਲੀ ਦਾ ਕੋਈ ਵੀ ਸਾਧਨ ਵੀ ਨਹੀਂ ਹੋਇਆ ਕਰਦਾ ਹੁੰਦਾ ਸੀ। ਬਹੁਤ ਚੀਜ਼ਾਂ ਸਨ ਜਿਹੜੀਆਂ ਨਹੀਂ ਸਨ, ਪਰ ਅੱਜ ਜਿਹੜੀਆਂ ਨੇ ਸਾਡੇ ਜੀਵਨ ਨੂੰ ਸਿਖਾਉਣ ਬਣਾਉਣ ਵਾਸਤੇ ਉਹ ਬਣ ਗਈਆਂ। ਸੋ ਇਸੇ ਕਾਰਨ ਕਰਕੇ ਇਸੇ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਆਪਾਂ ਤਰਕ ਨਾ ਕਰੀਏ ਔਰ ਪਿੱਛੇ ਨੂੰ ਜਾ ਕੇ ਦੇਖੀਏ ਆਪਾਂ ਵੀ ਉਹ ਦੁਨੀਆ ਕੀ ਸੀ ਤੇ ਅੱਜ ਦੁਨੀਆ ਕੀ ਹੈ। ਜਦੋਂ ਅਸੀਂ ਸੰਸਾਰ ਤੋਂ ਖਤਮ ਹੋ ਜਾਣਾ, 100 ਸਾਲ ਨੂੰ ਦੁਨੀਆ ਕਿਸ ਤਰ੍ਹਾਂ ਦੀ ਹੋਏਗੀ, ਇਹ ਉਸ ਵੇਲੇ ਜਦੋਂ ਨਿਰੰਕਾਰ ਦੀ ਬਾਣੀ ਦਾ ਗਿਆਨ ਲੋਕ ਲੈਣਗੇ, ਉਹ ਇੱਕ ਹੋਰ ਵੱਖਰੇ ਰੂਪ ਦਾ ਉਹ ਗਿਆਨ ਹੋਵੇਗਾ। ਸੋ ਇਹ ਜਿਹੜਾ ਸ਼ਲੋਕ ਸਤਿਗੁਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਇੱਕ ਕਾਜੀ ਆਇਆ ਆਪਣੇ ਮਨ ਦੇ ਭਰਮ ਦੂਰ ਕਰਨ ਵਾਸਤੇ, ਜੋ ਥਾਨਕਾ ਸਿਆਣਿਆਂ ਨੇ ਇਹਦੀ ਲਿਖੀ ਹੋਈ ਹੈ। ਉਹ ਕਾਜੀ ਨੇ ਆਣ ਕੇ 6 ਸਵਾਲ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ। ਆਖਣ ਲੱਗੇ, ਕਿਰਪਾ ਕਰੋ, ਮੇਰੇ ਮਨ ਦੇ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕਰੋ। ਸੰਗਤ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਇਹ ਕਾਜੀ ਦੇ ਸ਼ੰਕੇ ਨਿਵਰਤ ਕਰਦੇ ਨੇ ਤੇ ਪੁੱਛਦੇ ਨੇ, ਕਾਜੀ ਪਹਿਲਾ ਤੇਰਾ ਪ੍ਰਸ਼ਨ ਕੀ ਹੈ, ਪਹਿਲਾਂ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ ਕਿ ਇਹ ਜਿਹੜੀ ਸ੍ਰਿਸ਼ਟੀ ਹੈ ਜੋ ਅਸੀਂ ਦੇਖ ਰਹੇ ਹਾਂ, ਇਹ ਕਿਸ ਨੇ ਪੈਦਾ ਕੀਤੀ ਤੇ ਇਸ ਦੇ ਵਿੱਚ ਕੌਣ ਵਸ ਰਿਹਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਪਹਿਲੇ ਸਵਾਲ ਦਾ ਜਵਾਬ ਇੱਥੇ ਦਿੰਦੇ ਨੇ, ਕੁਦਰਤ ਕਰਕੇ ਵਸਿਆ ਸੋਏ। ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਕਾਜੀ ਨੂੰ। 6 ਪ੍ਰਸ਼ਨ ਨੇ ਕਾਜੀ ਦੇ ਤੇ 6 ਹੀ ਇਹਦੇ ਵਿੱਚ ਸਵਾਲ ਤੇ 6 ਹੀ ਜਵਾਬ ਨੇ ਆਉਣਗੇ ਇਹਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਸ੍ਰਿਸ਼ਟੀ ਨੂੰ ਤ੍ਰੈ ਕਾਲ ਨੂੰ, ਤਿੰਨਾਂ ਭਵਨਾਂ ਨੂੰ ਜਿਹੜਾ ਸਿਰਜਣਹਾਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜਿਸ ਨੂੰ ਤੁਸੀਂ ਖੁਦਾ ਦੇ ਨਾਂ ਤੋਂ ਵੀ ਯਾਦ ਕਰਦੇ ਹੋ ਕਾਜੀ ਜੀ। ਔਰ ਉਸ ਨੇ ਇਸ ਨੂੰ ਪੈਦਾ ਕਰਕੇ ਇਹਦੀ ਪ੍ਰਤਿਪਾਲਨਾ ਦੀ ਕਰਨ ਦੀ ਜ਼ਿੰਮੇਵਾਰੀ ਵੀ ਆਪ ਹੀ ਲਈ ਹੋਈ ਹੈ। ਔਰ ਹਰ ਵਸਤੂ ਜਿਹੜੀ ਹੈ ਇਹਦੂ ਸੰਸਾਰ ਦੇ ਉੱਤੇ, ਉਹਦੇ ਵਿੱਚ ਉਹ ਸਰਵ ਵਿਆਪੀ ਰਮਿਆ ਹੋਇਆ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਦੂਜਾ ਪ੍ਰਸ਼ਨ ਕਾਜੀ ਦਾ ਜਿਹੜਾ ਸੀ ਉਹ ਆਖਣ ਲੱਗਾ ਕਿ ਜਿਹੜਾ ਇਨਸਾਨ ਇਹਦੂ ਸੰਸਾਰ ਦੇ ਉੱਤੇ ਰਹਿ ਰਿਹਾ ਹੈ, ਜਿਸ ਨੂੰ ਤੁਸੀਂ ਉਸ ਦਾ ਹੀ ਰੂਪ ਦੱਸ ਰਹੇ ਹੋ, ਉਸ ਦੇ ਕੀ ਲੱਛਣ ਹੋਣੇ ਚਾਹੀਦੇ ਨੇ। ਦੂਸਰਾ ਸਵਾਲ ਹੈ ਤੇ ਸਤਿਗੁਰ ਕਹਿੰਦੇ ਨੇ, ਵਕਤ ਵਿਚਾਰੇ ਸੋ ਬੰਦਾ ਹੋਏ। ਇਸ ਸੰਸਾਰ ਦੇ ਉੱਤੇ ਆਇਆ ਹੋਇਆ ਜੀਵ, ਜਿਹੜਾ ਸਮਾਂ ਉਸ ਖੁਦਾ ਨੇ, ਉਸ ਪ੍ਰੀਤਮ ਵਾਹਿਗੁਰੂ ਨੇ ਉਸ ਨੂੰ ਲਿਖ ਕੇ ਦੇ ਦਿੱਤਾ, ਉਸ ਸਮੇਂ ਨੂੰ ਸੋਚ ਵਿਚਾਰ ਕੇ ਬਤੀਤ ਕਰੇ। ਇੱਥੇ ਅਜਾਈ ਨਾ ਜਾਣ ਦੇਵੇ, ਮਨਮੁਖਾਂ ਵਾਲਾ ਜੀਵਨ ਨਾ ਬਤੀਤ ਕਰੇ। ਇਦੂ ਸਮੇਂ ਦੇ ਵਿੱਚ ਖੁਦਾ ਦੀ ਬੰਦਗੀ ਕਰ ਕਰਕੇ ਖੁਦਾ ਦੇ ਦਰ ਦੇ ਉੱਤੇ ਪ੍ਰਵਾਨ ਦੇ ਸਾਰੇ ਸਾਧਨ ਕੀਤੇ ਜਾਵਣ। ਸੋ ਇਸ ਕਰਕੇ ਜਿਹੜਾ ਜੀਵ ਇਦੂ ਸੰਸਾਰ ਦੇ ਉੱਤੇ ਵਕਤ ਨੂੰ ਵਿਚਾਰਦਾ ਹੈ, ਸਮੇਂ ਨੂੰ ਵਿਚਾਰਦਾ ਹੈ, ਸਮੇਂ ਦੀ ਨਿਆਕਤ ਨੂੰ ਪਛਾਣਦਾ ਹੈ, ਉਹੀ ਇਦੂ ਸੰਸਾਰ ਦੇ ਉੱਤੇ ਸਹੀ ਬੰਦਾ ਹੈ। ਕੁਦਰਤ ਹੈ ਕੀਮਤ ਨਹੀਂ ਪਾਏ। ਤੀਜਾ ਜਿਹੜਾ ਸੀ ਉਹ ਪੁੱਛਦੇ ਕਿ ਖੁਦਾ ਦੀ ਕੋਈ ਕੀਮਤ ਵੀ ਪੈ ਸਕਦੀ ਹੈ। ਤੇ ਸਤਿਗੁਰ ਆਖਣ ਲੱਗੇ ਵੀ ਕੁਦਰਤ ਹੈ, ਇਹ ਜਿਹੜੀ ਸਭ ਕੁਝ ਜੋ ਆਪਾਂ ਦੇਖਦੇ ਹਾਂ ਕਾਜੀ ਜੀ, ਇਹ ਉਸ ਦੀ ਸ਼ਕਤੀ ਹੈ। ਉਸ ਦੀ ਕੁਦਰਤ ਨੂੰ ਸ਼ਕਤੀ ਦੇ ਰੂਪ ਦੇ ਵਿੱਚ ਉਹ ਸ਼ਕਤੀ ਹੈ। ਉਹ ਜਿੱਧਰ ਵੀ ਦੇਖੋਗੇ ਉਹਦੇ ਵਿੱਚ ਤੁਹਾਨੂੰ ਉਸ ਖੁਦਾ ਹੀ ਦਿਸਣਾ ਚਾਹੀਦਾ ਹੈ। ਪਰ ਉਸ ਦੀ ਸ਼ਕਤੀ ਦੀ ਜੇ ਕੀਮਤ ਨਹੀਂ ਪਾਈ ਜਾ ਸਕਦੀ ਤਾਂ ਫਿਰ ਅਸੀਂ ਖੁਦਾ ਦੀ ਕਿਸ ਤਰ੍ਹਾਂ ਕੀਮਤ ਪਾਵਾਂਗੇ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਚੌਥਾ ਸਵਾਲ ਕੀਤਾ ਸੀ ਉਹ ਆਖਦੇ ਨੇ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਬੈਠੇ ਹੋਏ ਨੇ, ਜਿਹੜੇ ਜਾਣੇ ਕਿ ਮਸੀਤਾਂ ਦੇ ਵਿੱਚ ਜਾਂਦੇ ਨੇ, ਸੋ ਉਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਬਾਰੇ ਸਾਨੂੰ ਜ਼ਰੂਰ ਯਕੀਨ ਦੇਵੋ।
ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਜਿਹੜੇ ਨੇ ਕੋਈ ਜਿਹੜੀ ਪਹਿਲਾਂ ਕਿ ਕੁਦਰਤ ਹੈ ਕੀਮਤ ਨਹੀਂ ਪਾਏ, ਪਰ ਕੋਈ ਐਸਾ ਜੀਵ ਸੰਸਾਰ ਤੇ ਵਿਰਲਾ ਹੋਵੇ ਜਿਹੜਾ ਬੰਦਗੀ ਕਰ ਕਰਕੇ ਉਹ ਖੁਦਾ ਦੇ ਨਾਲ ਅਭੇਦ ਹੋ ਜਾਵੇ, ਪਰ ਕਹਿੰਦੇ ਵੀ ਉਹ ਵੀ ਉੱਥੇ ਜਾ ਕੇ ਉਹਦੀ ਕੀਮਤ ਨਹੀਂ ਪਾ ਸਕਦਾ। ਉਸ ਦਾ ਰੂਪ ਤਾਂ ਜ਼ਰੂਰ ਉਸ ਨੂੰ ਲੱਭ ਜਾਏਗਾ, ਪਰ ਉਸ ਦੀ ਕੀਮਤ ਨਹੀਂ ਪਾ ਸਕੇਗਾ। ਸਿਰਫ ਉਸ ਦੇ ਗੁਣਾਂ ਨੂੰ ਹੀ ਵਰਣਨ ਕਰੇਗਾ। ਸਰਸਰੀਅਤ ਕਰਹਿ ਵਿਚਾਰ। ਹੁਣ ਜਿਹੜਾ ਚੌਥਾ ਪ੍ਰਸ਼ਨ ਹੈ, ਚੌਥਾ ਪ੍ਰਸ਼ਨ ਵੀ ਸ਼ਰੀ ਲੋਕ ਸ਼ਰਾਂ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਕਰਦੇ ਨੇ। ਕਹਿੰਦੇ ਨੇ ਦੇਖੋ ਭਾਈ, ਜਿਹੜੇ ਸਾਡੇ ਵੇਦ ਤੇ ਕਿਤਾਬ ਨੇ ਜਾਂ ਧਰਮ ਦੀਆਂ ਕਿਤਾਬਾਂ ਨੇ, ਲੋਕ ਉਹਨਾਂ ਨੂੰ ਪੜ੍ਹ ਕੇ ਬੜਾ ਗਿਆਨ ਇਕੱਠਾ ਕਰਕੇ ਬੈਠੇ ਨੇ। ਫਿਰ ਉਹ ਜਿਹੜਾ ਗਿਆਨ ਹੈ ਸ਼ਰਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਬਹਿਸ ਵਸਾਈਏ ਦੇ ਵਿੱਚ ਉਸ ਗਿਆਨ ਨੂੰ ਵਰਤਦੇ ਨੇ, ਨਾ ਕਿ ਉਹ ਖੁਦਾ ਦੀ ਸਿਫਤ ਦੇ ਵਿੱਚ ਬੈਠਦੇ ਨੇ। ਉੱਥੇ ਆਪਣੀ ਆਪਣੀ ਹਉਮੈ ਦਾ ਪ੍ਰਗਟਾਵਾ ਕਰਦੇ ਨੇ। ਉੱਥੇ ਆਪਣੇ ਗਿਆਨ ਦੇ ਰਾਹੀਂ ਦੂਸਰਿਆਂ ਨੂੰ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਬਿਨ ਬੂਝੇ ਕੈਸੇ ਪਾਵੈ ਪਾਰ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਤੇਰਾ ਪੰਜਵਾਂ ਪ੍ਰਸ਼ਨ ਹੈ ਕਾਜੀ, ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਈਦਾ ਹੈ, ਤੇ ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੇ ਅਸੀਂ ਇੱਕ ਦੂਸਰੇ ਦੇ ਨਾਲ ਵਹਿਸ ਹੀ ਕਰਦੇ ਰਹਿ ਗਏ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਆਪਣੀ ਹਉਮੈ ਨੂੰ ਹੀ ਪੱਠੇ ਪਾਉਂਦੇ ਰਹੇ, ਅਸੀਂ ਕਿਤੇ ਨਹੀਂ ਪਹੁੰਚਾਂਗੇ। ਪਰ ਬਿਨ ਬੂਝੇ ਕੈਸੇ ਪਾਵੇ ਪਾਰ, ਜਿੰਨਾ ਚਿਕਰ ਅਸੀਂ ਉਸ ਪ੍ਰੀਤਮ ਦੇ ਹੁਕਮ ਨੂੰ ਬੁੱਝ ਨਹੀਂ ਲੈਂਦੇ, ਅਸੀਂ ਆਪਣੇ ਆਪ ਨੂੰ ਪਹਿਚਾਣ ਕੇ ਉਸ ਦੇ ਹੁਕਮ ਨੂੰ ਪਹਿਚਾਣ ਨਹੀਂ ਲੈਂਦੇ, ਉਸ ਦੀ ਰਜ਼ਾ ਨੂੰ ਪਹਿਚਾਣ ਨਹੀਂ ਲੈਂਦੇ, ਉਹਨਾਂ ਚਿਕਰ ਭਾਈ ਇਹ ਜਿਹੜਾ ਭਵ ਸਾਗਰ ਹੈ ਇਸ ਤੋਂ ਪਾਰ ਨਹੀਂ ਹੋ ਸਕਦਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਤੇ ਜਿਸ ਲਈ ਛੇਵਾਂ ਪ੍ਰਸ਼ਨ ਕਾਜੀ ਨੇ ਕੀਤਾ, ਆਖਣ ਲੱਗਾ ਵੀ ਕਿਹੜਾ ਸਿਜਦਾ ਕਰੀਏ, ਕਿਹੜੀ ਇਬਾਦਤ ਕਰੀਏ, ਕਿਹੜੇ ਰੂਪ ਦੇ ਨਾਲ ਉਹਦੇ ਚਰਨਾਂ ਦੇ ਵਿੱਚ ਆਣ ਕੇ ਡਿਗੇ, ਜਿਹਦੇ ਨਾਲ ਸਾਨੂੰ ਇਹ ਅਨੁਭਵ ਹੋ ਜਾਵੇ ਕਿ ਸਾਡਾ ਇੱਥੇ ਆਇਆ ਹੋਇਆ ਸਾਨੂੰ ਲਾਭਦਾਇਕ ਬਣ ਹੋ ਗਿਆ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਇਸ ਕਾਜੀ ਨੂੰ ਸਾਰੇ ਸੰਸਾਰ ਨੂੰ ਹੀ ਗਿਆਨ ਦਿੰਦੇ ਨੇ। ਕਹਿੰਦੇ ਨੇ ਸਿਦਕ ਕਰ ਸਿਜਦਾ ਮਨ ਕਰ ਮਕਸੂਦ। ਇਹ ਕਾਜੀ ਸਿਦਕ ਦਾ ਜਿਹੜਾ ਸਿਦਕ ਦਾ ਮਤਲਬ ਹੁੰਦਾ ਭਾਈ ਭਰੋਸਾ ਕਰਨਾ। ਕਹਿੰਦੇ ਸਭ ਤੋਂ ਪਹਿਲਾਂ ਤਾਂ ਭਰਮਾਂ ਨੂੰ ਖਤਮ ਕਰਕੇ ਉਸ ਖੁਦਾ ਦੇ ਉੱਤੇ ਸੰਪੂਰਨ ਭਰੋਸਾ ਕਰ, ਆਪਣੇ ਆਪ ਨੂੰ ਛੱਡ ਕੇ ਉਸ ਨੂੰ ਹੀ ਪਹਿਚਾਣ। ਜਿਸ ਲਈ ਕਹਿੰਦੇ ਤੂੰ ਉਸ ਉਹਦੇ ਸਿਦਕ, ਉਹਦਾ ਭਰੋਸੇ ਨੂੰ ਪਹਿਚਾਣ ਲਿਆ, ਸਮਝ ਲੈ ਇਹ ਤੇਰੀ ਸੱਚੀ ਨਮਸਕਾਰ ਹੋ ਗਈ ਉਸ ਖੁਦਾ ਨੂੰ। ਉਹਦੀ ਇਬਾਦਤ ਤੇ ਕਰਨ ਵਾਸਤੇ ਜਿਸ ਲਈ ਤੂੰ ਸਿਰ ਨੂੰ ਝੁਕਾਉਣਾ ਹੈ, ਉਹ ਤੇਰੀ ਇਬਾਦਤ ਦਾ ਝੁਕਾਇਆ ਹੋਇਆ ਸਿਰ ਮਨਜ਼ੂਰ ਹੋ ਗਿਆ, ਨਮਸਕਾਰ ਹੋ ਗਿਆ। ਤੇ ਔਰ ਇਸੇ ਤਰ੍ਹਾਂ ਕਰਨ ਦੇ ਨਾਲ ਜਦੋਂ ਭਰਮਾਂ ਦੀ ਦੁਨੀਆ ਦੇ ਵਿੱਚੋਂ ਕਾਜੀ ਤੋਂ ਨਿਕਲ ਜਾਏਗਾ ਤੇ ਤੂੰ ਉਸ ਹਰ ਜਗ੍ਹਾ ਦੇ ਉੱਤੇ ਖੁਦਾ ਨੂੰ ਦੇਖੇਗਾ, ਤੇਰੇ ਮਨ ਨੂੰ ਨਫਾ ਮਿਲੇਗਾ, ਪ੍ਰਾਪਤ ਹੋਏਗਾ। ਨਫਾ ਕੀ? ਨਫਾ ਇਹ ਕਿ ਤੇਰਾ ਮਨ ਜਿਹੜਾ ਹੈ ਉਹ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ। ਇਹ ਮਕਸੂਦ ਕਹਿੰਦੇ ਨੇ ਨਫੇ ਨੂੰ, ਲਾਭ ਨੂੰ। ਕਹਿੰਦੇ ਇਹ ਤੈਨੂੰ ਲਾਭ ਪ੍ਰਾਪਤ ਹੋਵੇਗਾ ਕਿ ਤੇਰਾ ਮਨ ਟਿਕਾ ਦੇ ਵਿੱਚ ਆ ਜਾਵੇਗਾ। ਜਹ ਤਿਰ ਦੇਖਾਂ ਤਹ ਤਿਰ ਮੌਜੂਦ। ਕਾਜੀ ਜਿੱਧਰ ਵੀ ਕੁਦਰਤ ਉਹਦੀ ਦੇਖੇ, ਉਹਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੋਇਆ ਦੇਖੇ, ਉਧਰ ਤੈਨੂੰ ਉਹ ਅੱਲਾਹ ਤਾਲਾ ਹੀ, ਖੁਦਾ ਹੀ ਹਰ ਇੱਕ ਜਗ੍ਹਾ ਦੇ ਉੱਤੇ ਦੱਸਣਾ ਚਾਹੀਦਾ ਹੈ। ਮਹਿਲਾ ਤੀਜਾ ਗੁਰ ਸਬਾਇਵ ਨ ਪਾਈਐ, ਨਾ ਨੇੜੇ ਨਾ ਦੂਰ। ਹੁਣ ਦੂਸਰਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਗੁਰ ਸਭਾ ਏਵ ਨ ਪਾਈਏ, ਨਾ ਨੇੜੇ ਨਾ ਦੂਰ। ਹੁਣ ਸਭਾ ਕਹਿੰਦੇ ਗੁਰੂ ਦੀ ਸੰਗਤ। ਹੁਣ ਗੁਰੂ ਦੀ ਸੰਗਤ ਭਾਈ ਇਸ ਤਰ੍ਹਾਂ ਨਹੀਂ ਪਾਈ ਜਾਂਦੀ ਕਿ ਅਸੀਂ ਭਾਵੇਂ ਅਸੀਂ ਇਸ ਤਰ੍ਹਾਂ ਅਨੁਭਵ ਕਰੀਏ, ਅਸੀਂ ਆਪਣੇ ਧਰਮ ਅਸਥਾਨ ਦੇ ਉੱਤੇ ਜੋ ਵੀ ਉੱਥੇ ਗਿਆਨ ਦੇ ਰਹੇ ਨੇ, ਜਾਂ ਜਿਸ ਗ੍ਰੰਥ ਦੇ ਵਿੱਚੋਂ ਸਾਨੂੰ ਗਿਆਨ ਬਖਸ਼ਿਸ਼ ਕੀਤਾ ਜਾਂਦਾ ਹੈ, ਉਹਦੇ ਜੇ ਅਸੀਂ ਲਾਗੇ ਬਹਿ ਜਾਈਏ ਵੀ ਸ਼ਾਇਦ ਸਾਨੂੰ ਪ੍ਰਮਾਤਮਾ ਹਾਸਲ ਹੋ ਜਾਏਗਾ, ਜਾਂ ਦੂਰ ਬਹਿ ਜਾਈਏ
परमात्मा हासिल हो जाएगा। कहते पर गां जाके दसणगे भी किद्दां उसने हासिल होना। पर इदा ना सोच बैठे हो कि जे मैं उहदे लागे बह गया तो छेती मैनू प्राप्त हो जाएगा, जे मैं दूर बह गया तो शायद हो सकदा समा लग जावे। नानक सतगुर ता मिलै जा मन रहे हदूर। सवाल का जवाब निरंकार ने कृपा करके दे दिते। कहते भी वो प्रीतम वो अकाल पुरख वो वाहिगुरु तो ही मिलेगा जे मन ਉਹਦੇ ਚਰਨਾਂ ਦੇ ਵਿੱਚ ਹਰ ਵੇਲੇ ਆਣ ਕੇ ਡਿੱਗਾ ਰਹੇ। ਇਹ ਮਨ ਦੇ ਵਿੱਚ ਉਹ ਵਸਿਆ ਹੋਵੇ, ਇਦੂ ਮਨ ਦੇ ਵਿੱਚ ਉਸ ਦਾ ਟਿਕਾਅ ਹੋਵੇ। ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੀ ਕਿ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪੌੜੀ ਰਾਹੀਂ। ਮਹਾਰਾਜ ਕਹਿੰਦੇ ਸਪਤ ਦੀਪ, ਇਹ ਜਿਹੜੀਆਂ ਪੁਰਾਤਨ ਸਮੇਂ ਦੇ ਉੱਤੇ ਧਰਤੀ ਦੀਆਂ ਵੰਡ ਹੋਈ ਸੀ ਨਾ, ਇਹ ਧਰਤੀ ਦੀ ਵੰਡ ਇਸ ਤਰ੍ਹਾਂ ਪਾਈ ਹੋਈ ਸੀ ਵੀ 7 ਧਰਤੀਆਂ ਐਸੀਆਂ ਨੇ ਸੰਸਾਰ ਦੇ ਉੱਤੇ, ਜਿੱਦਾਂ ਇੰਗਲੈਂਡ ਹੈ, ਇੰਗਲੈਂਡ ਦੇ ਆਲੇ ਦੁਆਲੇ ਸਾਰੇ ਪਾਣੀ ਹੈ ਤੇ ਵਿਚਾਲੇ ਇਹ ਧਰਤੀ ਖੜੀ ਹੋਈ ਹੈ। ਹੁਣ ਇਸ ਧਰਤੀ ਦਾ ਨਾਮ ਰੱਖਿਆ ਹੋਇਆ ਸੀ ਦੀਪ। ਇਸ ਤਰ੍ਹਾਂ ਦੀਆਂ 7 ਧਰਤੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਦਿੰਦੇ ਨੇ ਭਈ ਇਹ 7 ਧਰਤੀਆਂ ਨੇ ਜਿਨ੍ਹਾਂ ਦੇ ਆਲੇ ਦੁਆਲੇ ਪਾਣੀ ਨੇ, ਔਰ ਇਹ ਵਿਚਾਲੇ ਦੀਵੇ ਦੇ ਰੂਪ ਦੇ ਵਿੱਚ ਟਿਕੀਆਂ ਹੋਈਆਂ ਨੇ ਜਲ ਦੇ ਵਿੱਚ। 70% ਪਾਣੀ 30% ਧਰਤੀ, ਇਹ ਉਹਦੀ ਕੁਦਰਤ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਟਿਕੀ ਹੋਈ ਹੈ। ਤਾਂ ਕਹਿੰਦੇ ਵੀ ਸਪਤ ਸਾਗਰਾ, ਤੇ ਇਹ 7 ਸਾਗਰ ਮਹਾਰਾਜ ਨੇ ਇੱਥੇ ਆਖੇ ਨੇ। ਤੇ ਫਿਰ ਮਹਾਰਾਜ ਇਹ ਗਾਹਾਂ ਜਾ ਕੇ ਵੀ ਇੱਕ ਆਏਗਾ ਕਿ ਨਵਖੰਡ, 9 ਖੰਡ ਵੀ ਧਰਤੀ ਨੂੰ ਕਿਹਾ ਗਿਆ। 7 ਧਰਤੀਆਂ ਐਸੀਆਂ ਨੇ ਜਿਨ੍ਹਾਂ ਦੇ ਆਲੇ ਦੁਆਲੇ ਪਾਣੀ ਹੈ, ਤੇ ਕੁਝ ਧਰਤੀਆਂ ਜਿਹੜੀਆਂ ਨਾਲ ਰਲੀਆਂ ਹੋਈਆਂ ਨੇ, ਜਿੱਦਾਂ ਤੁਸੀਂ ਆਪਾਂ ਦੇਖਦੇ ਹੋ ਸਾਊਥ ਅਮਰੀਕਾ, ਨਾਰਥ ਅਮਰੀਕਾ, ਇਹਦੇ ਵਿੱਚ ਜਿਹੜੀਆਂ ਧਰਤੀਆਂ ਨੇ ਇਹ ਮਿਲੀਆਂ ਹੋਈਆਂ ਨੇ, ਪਰ ਇਹਨਾਂ ਦੇ ਖੰਡ ਵੱਖਰੇ ਵੱਖਰੇ ਨੇ, ਪਰ ਇਹਨਾਂ ਦੇ ਵਿਚਾਲੇ ਪਾਣੀ ਨਹੀਂ ਹੈ। ਸੋ ਇਸ ਕਾਰਨ ਕਰਕੇ ਇਹ 7 ਧਰਤੀਆਂ ਜਿਹੜੀਆਂ ਵੱਡੀਆਂ ਮੰਨੀਆਂ ਗਈਆਂ, ਉਹਨਾਂ ਨੂੰ ਦੀਪ ਰੂਪ ਦੇ ਵਿੱਚ ਆਖਿਆ ਹੈ। ਬਾਰੇ ਕਹਿੰਦੇ ਨੇ ਵੀ 7 ਦੀਪਾਂ ਦੇ ਵਿੱਚ, 7 ਸਾਗਰਾਂ ਦੇ ਵਿੱਚ 9 ਖੰਡ ਜਿਹੜੀ ਧਰਤੀ ਹੈ ਉਹਦੇ ਵਿੱਚ, 4 ਵੇਦਾਂ ਦੇ ਵਿੱਚ, 10 ਅਸ਼ਟ ਪੁਰਾਣਾ, 18 ਪੁਰਾਣਾਂ ਦੇ ਵਿੱਚ ਤੇਰੀ ਹੀ ਵਡਿਆਈ, ਤੇਰੀ ਹੀ ਸਿਫਤ ਹੋ ਰਹੀ ਹੈ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਪਾਣਾ। ਨਿਰੰਕਾਰ ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ ਜਿਨ੍ਹਾਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਪਹਿਲਾਂ ਗਿਆਨ ਦਿੱਤਾ, ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚ ਤੂੰ ਹੀ ਵਰਤ ਰਿਹਾ ਹੈ, ਤੇਰਾ ਹੀ ਹੁਕਮ ਚੱਲ ਰਿਹਾ ਇੱਥੇ, ਤੇਰੀ ਹੀ ਰਜ਼ਾ ਚੱਲ ਰਹੀ ਹੈ, ਇਹ ਸਭ ਕੁਝ ਤੇਰੇ ਹੀ ਅਧੀਨ ਹੈ ਨਿਰੰਕਾਰ। ਤੇ ਸਾਰਿਆਂ ਨੂੰ ਤੇਰਾ ਜਿਹੜਾ ਇਹ ਹੁਕਮ ਹੈ ਬੜਾ ਪਿਆਰਾ ਲੱਗਦਾ, ਬੜਾ ਚੰਗਾ ਲੱਗਦਾ ਹੈ। ਸਭ ਤੁਝੇ ਤੇ ਆਵੇਂ ਜੀ ਜੰਤ, ਹਰ ਸਾਰਗ ਪਾਣਾ। ਇਹ ਮਾਲਕ ਸੱਚੇ ਪਾਤਸ਼ਾਹ ਸਾਰੇ ਜੀ ਜੰਤ ਜਿਹੜੇ ਤੇਰੇ ਬਣਾਏ ਹੋਏ ਨੇ, ਤੇਰੀ ਕੁਦਰਤ ਜਿਹੜੀ ਹੈ, ਕੁਦਰਤ ਕਰਕੇ ਵਸਿਆ ਸੋਏ। ਇਹ ਅਕਾਲ ਪੁਰਖ ਤੇਰੀ ਕੁਦਰਤ ਸਾਰੀ ਤੈਨੂੰ ਤੇ ਆਉਂਦੀ ਆ, ਕਿਹੜੇ ਕਿਹੜੇ ਰੂਪ ਦੇ ਵਿੱਚ, ਕਿਹੜੇ ਕਿਹੜੇ ਨਾਮ ਦੇ ਵਿੱਚ, ਇਹ ਸਿਰਫ ਤੁਸੀਂ ਹੀ ਜਾਣਦੇ ਹੋ ਸੱਚੇ ਪਾਤਸ਼ਾਹ ਜੀ। ਤੁਸੀਂ ਸਾਰਿਆਂ ਨੂੰ ਚੰਗੇ ਲੱਗਦੇ ਹੋ। ਜਿਸ ਤਰ੍ਹਾਂ ਇੱਕ ਸਾਰਗ ਕਹਿੰਦੇ ਨੇ ਬਬੀਹੇ ਨੂੰ, ਪਪੀਹਾ ਵੀ ਕਹਿੰਦੇ ਨੇ, ਬਬੀਹਾ ਵੀ ਕਹਿੰਦੇ, ਜਿੱਦਾਂ ਉਹ ਪ੍ਰਿਊ 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 ਕਰੀ ਜਾਂਦਾ ਸਵੰਤੀ ਬੂੰਦ ਦੀ ਖਾਤਰ, ਇਸੇ ਤਰ੍ਹਾਂ ਕਹਿੰਦੇ ਨੇ ਕਿ ਅਕਾਲ ਪੁਰਖ ਤੇਰੇ ਮਿਲਣ ਨੂੰ ਜਿਹੜੇ ਤੇਰੇ ਪਿਆਰੇ ਨੇ, ਤੇਰੇ ਵਿਛੋੜੇ ਦੇ ਵਿੱਚ, ਤੇਰੇ ਯਾਦ ਦੇ ਵਿੱਚ, ਤੇਰੇ ਵਿਰਾਗ ਦੇ ਵਿੱਚ ਬੈਠੇ ਹੋ ਕੇ ਤੈਨੂੰ ਹੀ ਧਿਆਉਂਦੇ ਨੇ, ਤੈਨੂੰ ਹੀ, ਤੇਰੀ ਹੀ ਬੰਦਗੀ ਕਰਦੇ ਨੇ, ਔਰ ਤੇਰੇ ਮਲਾਪ ਦਾ ਹੀ ਹਰ ਵੇਲੇ ਉਹਨਾਂ ਦੇ ਅੰਦਰਤ ਵਿਰਾਗ ਲੱਗਾ ਹੋਇਆ ਹੁੰਦਾ ਹੈ। ਜੋ ਗੁਰਮੁਖ ਹਰਿ ਆਰਾਧ ਦੇ, ਤਿਨਹੁ ਕੁਰਬਾਨਾ। ਵਾਹਿਗੁਰੂ ਜੀ ਜਿਹੜੇ ਆਪ ਜੀ ਦੇ ਪਿਆਰੇ ਹਰ ਵੇਲੇ ਤੇਰੀ ਸਿਫਤ ਸਲਾਹ ਦੇ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਨੇ ਆਪ ਜੀ ਦਾ ਹੁਕਮਾਂ ਨੂੰ ਪਹਿਚਾਣ ਲਿਆ, ਮੈਂ ਉਹਨਾਂ ਦੇ ਉੱਤੋਂ ਅਨੇਕਾਂ ਵਾਰ ਕੁਰਬਾਨ ਬਲਿਹਾਰੇ ਜਾਵਾਂ। ਤੂੰ ਆਪੇ ਆਪ ਵਰਤਦਾ, ਕਰ ਚੋਜ ਵਿਡਾਣਾ। ਵਾਹਿਗੁਰੂ ਜੀ ਤੁਸੀਂ ਆਪਣੇ ਆਪ ਹਰ ਇੱਕ ਦੇ ਵਿੱਚ ਵਰਤ ਰਹੇ ਹੋ, ਕੁਦਰਤ ਚੋਜ ਕਰ ਕਰਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੌਤਕ ਕਰ ਕਰਕੇ ਵੇਖ ਰਹੇ ਹੋ, ਅਚਰਜ ਚੀਜ਼ਾਂ ਕਰ ਕਰਕੇ
सतगुर सच्चे पातशाह जी देख रहे हो, ये सारा आप जी का ही वर्तारा है, आप जी का ही हुक्म है। श्लोक महला तीजा, कलम साजनी क्या सदाइया, हिरदय ही लिख ले हो। इत्थे जिहड़ा श्लोक शुरू होया ये है गुरु अमरदास महाराज सच्चे पातशाह जी। इस दी उठानका इस तरह गोविंदवाल साहब दे विच सतगुर सच्चे पातशाह जी गुरु अंगद दे महाराज सच्चे पातशाह दी सिफत सलाह करके संगत नूं दस रहे ने। उत्थे उन्होंने जिसले ये जिहड़ा आपां पिछली वारी बचन पढ़िया सी, वो बचन गुरु अंगद दे महाराज सच्चे पातशाह दा बचन गुरु अमरदास जी संगत नूं सुना रहे ने कि जिस दी संगत, जिस दी मैं सेवा करके इस जगह ते पहुंचिया हाँ, उन्हां दे अंदर किन्ना प्यार, किन्ना प्रेम, किन्ना विराग ते किन्ना विछोड़े दी उन्हां दे अंदर ये झलक दसदी सी। तां ये भी शब्द उन्होंने उत्थे संगत नूं सुनाया, जिस प्यारे से उन्हें ते से आगे मर चलिए, त्रिग जीवन संसार ताके पाछे जीवना। अगर जे असी सिर्फ इदू ही श्लोक दे अर्थ करके अपने हिरदे दे विच वसा लईए भाई, यकीन करके जाणिओ सानू किसी तरह का दुख संताप नहीं आ सकता। महाराज सच्चे पातशाह ने जिसले इस श्लोक की व्याख्या की, उत्थे संगत नूं दस्सिया भी गुरु अंगद दे महाराज सच्चे पातशाह दे अंदर इन्ना अतुट प्रेम धन धन गुरु नानक महाराज सच्चे पातशाह वास्ते सी। मैं फिर बेनती करा की हुंदा है कि हुण ये प्रेम की खेड ते मैं तुहाडे नाल जिक्र करना चाहुंदा। जदों आ तुहाडे कोल रिकॉर्डिंग होनी है ना, ये रिकॉर्डिंग भाई असीं पहलां कीती हुई है तकरीबन, और ये रिकॉर्डिंग तो पहलां की होया जिहड़ी क्रिसमस 2020 दी क्रिसमस सी, उहदे लागे सानू तो उन्हां नूं करोना होई। इस करोना होने दे कारण करके ये असीं हुण सोचीए भी की करिए भाई, किसी कान कर दे विच आ गई, या गुरु महाराज ने सानू इसका ज्ञान देना सी, भेज दिते। जिहड़ी कि कमाई कर रहे हैं जां गुरु दे अगे गुरु ते भरोसा बनने वाला, तो मैनू इस तरह अनुभव होया ये करोना इस करके नहीं आई कि सानू कोई दुख तकलीफ देने वास्ते आई है, साडी परख करने वास्ते आई है, क्योंकि इहदा करता है कोई, जिहदा कोई करता होगा वो करता उहदा अकाल पुरख ही होएगा, आपे वो बनाउण वाला, आपे मिटाउण वाला, आपे ढाउण वाला। तो दोनों ने विचार बनाए भी करिए की आपां। एक बच्ची का जानो सानू टैलीफोन आ गया, आखण लगी बाबा जी की गल होई, असीं उहनूं सच दस दिता बेटा भी इस तरह करके बहुत ज़्यादा तेज बुखार ते होर कई चीज़ां जिहड़ियां ने, और मैं ये पहला बेनती करा कि मैं सतगुर दे मूहरे अरदास असीं रोज़ करदे कि सतगुर ये किसी दुश्मन के घर भी ना आवे, ये एडी भयानक बीमारी है। सो वो आखण लगे बाबा जी तुसीं हुण की विचार है करन दा, दुआ इहदी नहीं है, कोई कुछ नहीं। देग बनाई, अरदास की, सतगुरां ने हुक्मनामा बख्शिश किया, भरोसा बज गया भी भाई किसी गोली की जरूरत नहीं। मैं इहदे विच हंकार ना जाणिओ, मान ना जाणिओ, यह गुरु परख लैण आया सी। उस अरदास का सदका अज मुड़ तुहाडे चरणों दे विच फिर बैठे हाँ। एन अखीर तक इस करोना ने अपना पूरा जोर लाया, उतों सतगुरां ने हथ दे के बचा के लिया। वो बचन बार बार याद आई जाए कि जिसके सिर उपर तू स्वामी सो दुख कैसा पावे। हे प्रीतम अपने दियां परखां भी तू खुद लैंदा है ते आप ही उन्हां परखां दे विच जित प्राप्त कराउंदा है। सो इस करके सतगुर सच्चे पातशाह दे जिहड़े बचन तुहाडे चरनां दे विच करीदे ने, किरपा करके स्वीकार करने, अहंकार ना समझिओ, भरोसा बनो। गुरु ग्रंथ साहब महाराज सच्चे पातशाह ते भरोसा बनो। अज दी दुनिया ते 100 साल दी दुनिया दे विच बड़ा फर्क पैना। 100 साल गाहां जाके ये करोना नूं किहड़े रूप दे विच लोक देखणगे, जिद्दां असीं स्पैनिश फ्लू नूं 100 साल पहलां देखदे हां, किन्नी वड्डी तगड़ी महामारी आई।
ਇਹ ਵੀ ਕਿੱਡੀ ਤਕੜੀ ਮਹਾਮਾਰੀ ਆਈ ਹੋਈ ਹੈ। ਸਾਰੇ ਸੰਸਾਰ ਦੇ ਵੱਡੇ ਵੱਡੇ ਜਿਹੜੇ ਖਾਨ ਕਹਾਉਣ ਵਾਲੇ, ਜਿਹੜੇ ਉੱਚੇ ਉੱਚੇ ਬਾਦਸ਼ਾਹ ਕਹਾਉਣ ਵਾਲੇ, ਜਿਹੜੇ ਵੱਡੇ ਵੱਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕਹਾਉਣ ਵਾਲੇ, ਸਾਰਿਆਂ ਦੇ ਗੋਡੇ ਲਵਾਤੇ ਇਸ ਨੇ। ਪਰ ਜੇ ਨਹੀਂ ਗੋਡੇ ਲਵਾਏ ਤਾਂ ਸਿਰਫ ਗੁਰਸਿੱਖਾਂ ਦੇ ਨਹੀਂ ਲਵਾਏ। ਕਾਰਨ ਇਹ ਕਿ ਗੁਰਸਿੱਖ ਜਿਹੜੇ ਵਿਰਲੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਆਪਣੇ ਪ੍ਰੀਤਮ ਤੇ ਭਰੋਸਾ ਹੀ ਐਡਾ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਮੌਤ ਨੇ ਇੱਕ ਦਿਨ ਆਣਾ ਹੀ ਆਣਾ। ਜੇ ਤੁਸੀਂ ਇਦੂ ਰੂਪ ਦੇ ਵਿੱਚ ਦੇਣੀ ਚਾਹੁੰਦੇ ਹੋ, ਸਵੀਕਾਰ ਹੈ। ਪਰ ਮਾਲਕ ਸੱਚੇ ਪਾਤਸ਼ਾਹ ਆਪ ਹੀ ਆਪਣੇ ਗੁਰਸਿੱਖ ਦੀ ਪਰਖ ਪਾਉਂਦੇ ਨੇ, ਆਪ ਹੀ ਉਦੋਂ ਪਰਖ ਦੇ ਵਿੱਚੋਂ ਉਸ ਨੂੰ ਕਸਵੱਟੀ ਦੇ ਵਿੱਚੋਂ ਪਾਰ ਲਾ ਲੈਂਦੇ ਨੇ। ਸੋ ਇਸੇ ਕਾਰਨ ਕਰਕੇ ਰੋਜ਼ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ, ਭਾਈ ਪੂਰਨ ਭਰੋਸਾ ਰੱਖੋ, ਕਦੀ ਵੀ ਕਿੰਤੂ ਪ੍ਰੰਤੂ ਕਿਸੇ ਚੀਜ਼ ਦੇ ਉੱਤੇ ਨਾ ਕਰੋ। ਜਿਸ ਲਈ ਇਹ ਸ਼ਲੋਕ ਜਿਹੜਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਉੱਥੇ ਜਿਹੜੇ ਬੈਠੇ ਹੋਏ ਪਿਆਰੇ ਸਨ, ਜਿਹੜੀ ਸੰਗਤ ਬੈਠੀ ਹੋਈ ਸੀ, ਉਹਨਾਂ ਦੇ ਵਿੱਚ ਕਈਆਂ ਨੇ ਇਹ ਵਿਚਾਰ ਬਣਾ ਲਿਆ ਵੀ ਅਸੀਂ ਛੇਤੀ ਛੇਤੀ ਬਚਨ ਨੂੰ ਲਿਖ ਲਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੋਣ ਦੇ ਵਿੱਚ ਨਹੀਂ ਸੀ ਆਏ ਸਨ, ਲਿਖ ਲਈਏ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਕਲੂ ਮਸਾਜਣੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਓ। ਕਹਿੰਦੇ ਇਹ ਪਿਆਰਿਓ, ਇਹ ਬਚਨ ਜਿਹੜਾ ਹੈ ਪ੍ਰੇਮ ਦਾ ਭਜਿਆ ਹੋਇਆ, ਪ੍ਰੇਮ ਦੇ ਰਾਹ ਦੇ ਉੱਤੇ ਤੋਰਨ ਵਾਲਾ, ਉਹ ਰਾਹ ਐਸਾ ਜਿਹੜਾ ਕਿ ਅਕਾਲ ਪੁਰਖ ਦੇ ਦਰ ਦੇ ਉੱਤੇ ਜੀਵ ਨੂੰ ਲੈ ਕੇ ਚਲੇ ਜਾਂਦਾ। ਇਸ ਬਚਨ ਨੂੰ ਹਿਰਦੇ ਦੇ ਵਿੱਚ ਰੱਖ ਲਓ। ਕੀ ਕਰਨਾ ਤੁਸੀਂ ਕਲਮ ਨੂੰ, ਕੀ ਕਰਨਾ ਤੁਸੀਂ ਦਵਾਇਤ ਨੂੰ, ਕਾਹਦੇ ਵਾਸਤੇ ਇਸ ਨੂੰ ਦਵਾਇਤ ਤੇ ਕਲਮ ਮੰਗਾਉਣੀ? ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਇਹਦੇ ਉੱਤੇ ਲਿਖ ਲਵੋ, ਸਦਾ ਸਾਹਿਬ ਕੈ ਰੰਗ ਰਹੈ ਕਬਹੁ ਨਾ ਟੂਟ ਸਨੇਹੋ। ਜੇ ਤੇਰੇ ਹਿਰਦੇ ਦੇ ਕਾਗਜ਼ ਦੇ ਉੱਤੇ ਇਹ ਵਚਨ ਲਿਖ ਦਿੱਤਾ ਹੋ, ਤੂੰ ਲਿਖ ਲਿਆ, ਤੇ ਫਿਰ ਤੂੰ ਹਰ ਵੇਲੇ ਉਹ ਵਚਨ ਨੂੰ ਯਾਦ ਕਰੇਗਾ, ਤੈਨੂੰ ਪ੍ਰੇਮ ਹੋਰ ਉਜਾਗਰ ਤੇਰੇ ਅੰਦਰ ਹੋਏਗਾ ਪ੍ਰੀਤਮ ਵਾਸਤੇ। ਯਕੀਨ ਕਰਕੇ ਗੁਰੂ ਜੀ ਕਹਿੰਦੇ ਨੇ ਵੀ ਤੇਰੀ ਇਸ ਹਿਰਦੇ ਦੇ ਉੱਤੇ ਲਿਖੇ ਵਚਨ ਦੇ ਨਾਲ ਤੇਰਾ ਪਿਆਰ ਕਦੀ ਪ੍ਰਮਾਤਮਾ ਦੇ ਨਾਲੋਂ ਨਹੀਂ ਟੁੱਟੇਗਾ। ਕਲਮ ਸਾਜਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ। ਨਿਰੰਕਾਰ ਜੀ ਕਹਿੰਦੇ ਨੇ ਕਲਮ ਨੇ ਵੀ ਸੜ ਜਾਣਾ, ਟੁੱਟ ਜਾਣਾ ਹੈ, ਦਵੈਤ ਨੇ ਵੀ, ਸ਼ਾਹੀ ਨੇ ਵੀ ਇੱਕ ਦਿਨ ਖਤਮ ਹੋ ਜਾਣਾ, ਕਾਗਜ਼ ਨੇ ਵੀ ਜਲ ਜਾਣਾ ਹੈ। ਨਾਨਕ ਸਹਿ ਪ੍ਰੀਤ ਨ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ। ਜਿਹੜੀ ਸੱਚੇ ਅਕਾਲ ਪੁਰਖ ਨਿਰੰਕਾਰ ਨੇ ਤੇਰੇ ਹਿਰਦੇ ਦੇ ਵਿੱਚ ਸੱਚੀ ਪ੍ਰੀਤ ਲਿਖ ਦਿੱਤੀ, ਜਿਹੜਾ ਸ਼ਲੋਕ ਪ੍ਰੀਤ ਨੂੰ ਉਜਾਗਰ ਕਰਨ ਦਾ ਤੇਰੇ ਅੰਦਰ ਉਹ ਨਾਮ ਪ੍ਰਗਟ ਕਰ ਦਿੱਤਾ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤੇ ਪਰਲੋਕ ਦੇ ਵਿੱਚ ਉਹ ਤੇਰਾ ਸਾਥ ਨਹੀਂ ਛੱਡੇਗੀ, ਕਿਉਂਕਿ ਇਹ ਤੁਰੋਂ ਲਿਖੇ ਹੋਏ, ਦਰਗਾਹ ਦੇ ਉੱਤੋਂ ਲਿਖੇ ਹੋਏ ਤੇਰੇ ਬੋਲ ਨੇ। ਨਾਨਕ ਸਹਿ ਪ੍ਰੀਤ ਨ ਜਾਇਸੀ, ਉਹਨਾਂ ਦੀ ਕਦੀ ਵੀ ਪ੍ਰੀਤ ਨਹੀਂ ਸੰਸਾਰ ਦੇ ਉੱਤੇ ਟੁੱਟਦੀ। ਮਹਿਲਾ ਤੀਜਾ ਨਦਰੀਆਮ ਦਾ ਨਾਲ ਨ ਚੱਲਈ ਵੇਖੋ ਕੋ ਵਿਓ ਪਾਏ। ਇਹ ਸੰਸਾਰ ਦੇ ਜੀਵੋ ਨਿਰਣਾ ਕਰਕੇ ਦੇਖ ਲਓ, ਕਹਿੰਦੇ ਕਿ ਐਸਾ ਕੰਮ ਕਰਕੇ ਕੋ ਦੇਖ ਲਵੋ। ਅੱਜ ਜੋ ਕੁਝ ਤੁਹਾਨੂੰ ਨਿਗਾਹ ਆਉਂਦਾ ਨਾ ਸੰਸਾਰ ਦੇ ਉੱਤੇ, ਇਸ ਨੇ ਤੁਹਾਡੇ ਨਾਲ ਨਹੀਂ ਜਾਣਾ। ਕਿਸੇ ਚੀਜ਼ ਨੇ, ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਕਿਸੇ ਵੀ ਚੀਜ਼ ਨੇ। ਇਹ ਨਿਰਣਾ ਕਰਕੇ ਦੇਖ ਲਓ, ਅਜਮਾ ਕੇ ਦੇਖ ਲਓ ਇਸ ਚੀਜ਼ ਨੂੰ। ਦੁਨੀ ਚੰਦ ਨੇ ਸੂਈ ਨੂੰ ਗੁਰੂ ਜੀ ਨੇ ਸੂਈ ਦਿੱਤੀ, ਇੱਕ ਵਾਰੀ ਨਹੀਂ ਬੇਅੰਤ ਵਾਰ ਤੁਸੀਂ ਇਹ ਸਾਖੀ ਸੁਣੀ। ਉਹ ਸੂਈ ਗੁਰੂ ਜੀ ਕਹਿੰਦੇ ਵੀ ਦੁਨੀ ਚੰਦ ਜਿਹੜੇ ਤੇਰੇ 7 ਝੰਡੇ ਝੂਲਦੇ ਆ, ਤੈਂ ਮਾਇਆ ਨਾਲ ਲੈ ਕੇ ਜਾਣੀ, ਸਾਡੀ ਸੂਈ ਵੀ ਲੈ ਲਈ, ਉੱਥੇ ਜਾ ਕੇ ਲੈ ਲਾਂਗੇ ਤੇਰੇ ਕੋਲੋਂ। ਅਸੀਂ ਅਣਜਾਣ ਸੀ, ਅਜੇ ਮੱਤ ਦੇ ਉੱਤੇ ਹੰਕਾਰ ਦੇ ਹਉਮੈ ਦੇ ਪਰਦੇ ਪਾਏ ਹੋਏ ਸਨ। ਘਰ ਗਿਆ, ਘਰ ਵਾਲੀ ਜਿਹੜੀ ਸਿਆਣੀ ਸੀ ਉਸ ਨੇ ਇੱਕਦਮ ਪਹਿਚਾਣ ਲਿਆ, ਆਖਣ ਲੱਗੀ ਤੇਰੇ ਨਾਲ ਕੁਝ ਨਹੀਂ ਜਾਣਾ, ਤੇਰੇ ਨਾਲ ਤਾਂ ਤੇਰਾ ਸਰੀਰ ਵੀ ਨਹੀਂ ਜਾਣਾ ਦੁਨੀ ਚੰਦ। ਤੁਸੀਂ ਕਿਸ ਉਸ ਫਕੀਰ ਦੀ ਸੂਈ ਲੈ ਕੇ ਆਓ, ਕਿੱਦਾਂ ਜਾ ਕੇ ਉਹਨੂੰ ਦੋਗੇ, ਜਾਓ ਵਾਪਸ ਦੇ ਕੇ ਆਓ। ਸਤਿਗੁਰ ਦੇ ਚਰਨਾਂ ਦੇ ਵਿੱਚ ਟਹਿ ਗਿਆ, ਇੱਕਦਮ ਗਿਆਨ ਹੋ ਗਿਆ ਨਾ, ਮਾਲਕ ਦੀ ਰਜ਼ਾ। ਇੱਕ ਮਾਰਾ ਕਹਿੰਦੇ ਨਾ ਵੀ ਕਿਣਕਾ ਇੱਕ ਚੀਜ਼ ਚੀਜ਼ ਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ, ਬਸ ਗਿਆਨ ਹੋ ਗਿਆ। ਉਹ ਗਿਆਨ ਦੇ ਨਾਲ ਉਸ ਨੇ ਜੋ ਸਭ ਕੁਝ ਇੱਥੇ ਉਸ ਨੇ ਕਮਾਇਆ ਸੀ, ਸੇਵਾ ਦੇ ਵਿੱਚ ਲਾ ਦਿੱਤਾ, ਸਿਮਰਨ ਦੇ ਵਿੱਚ ਉਹ ਸਥਾਨ ਖੋਲ ਦਿੱਤੇ, ਤੇ ਨਿਰੰਕਾਰ ਦੀਆਂ ਖੁਸ਼ੀਆਂ ਉਹਨੂੰ ਵਰਦਾਨ ਹੋ ਗਈਆਂ, ਔਰ ਉਹ ਅਭੇਦ ਹੋ ਗਿਆ ਅਕਾਲ ਪੁਰਖ ਦੇ ਸੱਚੇ ਪਾਤਸ਼ਾਹ ਦੇ ਵਿੱਚ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਣਾ ਕਰਕੇ, ਜੇ ਅਜੇ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਨਾ ਇਹਨਾਂ ਸਾਖੀਆਂ ਦੇ ਉੱਤੇ, ਅਜਮਾ ਕੇ ਹੀ ਦੇਖ ਲਓ ਆਪ ਹੀ। ਸਤਿਗੁਰ ਸੱਚ ਦਿਰੜਾਇਆ, ਸੱਚ ਰਹੂੰ ਲਿਵ ਲਾਏ। ਸੱਚਾ ਸਤਿਗੁਰ ਸਦਾ ਹੀ ਸੱਚ ਹੀ ਦ੍ਰਿੜਾਉਂਦਾ, ਸੱਚਾ ਨਾਮ ਹੀ ਦ੍ਰਿੜਾਉਂਦਾ ਹੈ, ਸੱਚੇ ਨਾਮ ਦਾ ਹੀ ਸਾਨੂੰ ਗਿਆਨ ਦਿੰਦਾ ਹੈ। ਇਸ ਕਰਕੇ ਇਹ ਭਾਈ ਜੀਵੋ, ਸੱਚ ਰਹੋ ਲਿਵ ਲਾਏ, ਉਹ ਸੱਚੇ ਨਾਮ ਦੇ ਨਾਲ ਆਪਣੀ ਬਿਰਤੀ ਜੋੜ ਕੇ ਰੱਖੋ। ਨਾਨਕ ਸਬਦੀ ਸੱਚ ਹੈ, ਕਰਮੀ ਪੱਲੇ ਪਾਏ। ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਕਿ ਨਾਨਕ ਸ਼ਬਦ ਹੀ ਸੱਚ ਹੈ। ਜਿਹੜਾ ਸ਼ਬਦ ਹੈ ਇਹ ਸੱਚ ਹੈ, ਇਸ ਰਾਹੀਂ ਹੀ ਉਹ ਸੱਚ ਨੂੰ ਅਸੀਂ ਪਹਿਚਾਣ ਸਕਦੇ ਹਾਂ। ਪਰ ਇਹ ਭਾਗਾਂ ਵਾਲੇ ਕੋਈ ਹੁੰਦੇ ਨੇ ਜਿਹੜੇ ਕਿ ਇਸ ਸੱਚ ਨੂੰ ਬੁੱਧੀ ਦੇ ਪੱਲੇ ਦੇ ਨਾਲ, ਮਤ ਦੀ ਪੱਲੇ ਦੇ ਨਾਲ ਵੰਡ ਕੇ ਰੱਖਦੇ ਹਨ। ਪੌੜੀ ਹਰੇ ਅੰਦਰ ਬਾਹਰ ਇੱਕ ਤੂੰ, ਤੂੰ ਜਾਣੈ ਭੇਤ। ਹੁਣ ਇਹ ਪੌੜੀ ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਗਿਆਨ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਅੰਦਰ ਬਾਹਰ ਤੂੰ ਇੱਕ ਤੂੰ, ਤੂੰ ਜਾਣੇ ਭੇਦ ਹੈ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ। ਤੁਸੀਂ ਹਰ ਇੱਕ ਦੇ ਅੰਦਰ ਹੋ, ਇਸ ਸਰੀਰ ਦੇ ਅੰਦਰ ਵੀ ਤੁਸੀਂ ਹੋ ਤੇ ਬਾਹਰ ਵੀ ਤੁਸੀਂ ਹੋ, ਔਰ ਹਰ ਇੱਕ ਦਾ ਭੇਦ, ਹਰ ਇੱਕ ਦਾ ਗਿਆਨ ਆਪ ਜੀ ਨੂੰ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਵਾਲੇ ਨਿਰੰਕਾਰ ਆਪ ਹੀ ਹੋ। ਜੋ ਕੀਚੇ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਜੋ ਕੁਝ ਦੇ ਤੂੰ ਸੰਸਾਰ ਦੇ ਉੱਤੇ ਕਰ ਰਹੇ ਉਹ ਪ੍ਰੀਤਮ ਵਾਹਿਗੁਰੂ ਨੂੰ ਪਤਾ ਹੈ। ਅੱਗੇ ਉਹ ਦੇਖੇ, ਪਿੱਛੇ ਦੇਖੇ, ਤੁਝ ਤੇ ਕਹਾਂ ਛੁਪਾਵੇ। ਕਹਿੰਦੇ ਇਸ ਕਰਕੇ ਉਹ ਭਾਈ ਉਹ ਹਰੀ ਪ੍ਰੀਤਮ ਸਭ ਕੁਝ ਜਾਣਦਾ ਹੈ। ਸੋ ਮੇਰੇ ਮਨਾ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਹਰ ਵੇਲੇ ਚੇਤਨਾ ਕਰ, ਹਰ ਵੇਲੇ ਉਹਦੀ ਬੰਦਗੀ ਕਰ, ਹਰ ਵੇਲੇ ਉਹਦੀ ਸਿਫਤ ਸਲਾਹ ਕਰ। ਸੋ ਡਰੈ ਜੇ ਪਾਪ ਕਮਾਮਦਾ, ਧਰਮੀ ਬਿਗਸੇਤ। ਉਹੀ ਮਨੁੱਖ ਸੰਸਾਰ ਦੇ ਉੱਤੇ ਹਰ ਵੇਲੇ ਡਰ ਕੇ ਜੀਵਨ ਬਤੀਤ ਕਰੇਗਾ ਜਿਹੜਾ ਪਾਪੀ ਹੋਏਗਾ। ਪਰ ਜਿਹਨੇ ਪਾਪ ਕੀਤਾ ਹੀ ਕੋਈ ਨਹੀਂ, ਜਿਸ ਨੂੰ ਸੱਚ ਦਾ ਜੀਵਨ ਉਸ ਨੂੰ ਪ੍ਰਾਪਤ ਹੋ ਗਿਆ, ਉਹ ਫਿਰ ਭਾਈ ਸਦਾ ਹੀ ਵਿਕਸਿਤ, ਸਦਾ ਹੀ ਖੁਸ਼ ਰਹਿੰਦਾ ਹੈ। ਪਾਪੀ ਇੱਥੇ ਕਦੀ ਖੁਸ਼ ਨਹੀਂ ਰਹੇਗਾ, ਜਿਹੜਾ ਧਰਮੀ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਤੂੰ ਸੱਚਾ ਆਪ ਨਿਆਉ, ਸੱਚ ਤਾਂ ਡਰੀਐ ਕੇਤ। ਨਿਰੰਕਾਰ ਜੀ ਆਪ ਤੁਸੀਂ ਸੱਚੇ ਹੋ, ਸੱਚਾ ਹੀ ਤੁਹਾਡਾ ਨਿਆਂ ਹੈ, ਔਰ ਸੱਚਾ ਹੀ ਆਪ ਦਾ ਨਿਆਂ ਹੋਣ ਕਾਰਨ ਕਰਕੇ ਅਸੀਂ ਸੱਚ ਦਾ ਜੀਵਨ ਬਤੀਤ ਕਰਦੇ। ਫਿਰ ਡਰੀਏ ਕਾਹਦੇ ਹੋਏ ਕੋਲੋਂ, ਕਿਉਂਕਿ ਤੁਸੀਂ ਸਾਡੇ ਸਭ ਕੁਝ ਹੋ। ਜਿਨ੍ਹਾਂ ਨਾਨਕ ਸੱਚ ਪਛਾਣਿਆ, ਸੇ ਸੱਚ ਰਲੇਤ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਸੱਚੇ ਸ਼ਬਦ ਦੇ ਵਿੱਚ ਜੋ ਅਭੇਦ ਹੋ ਗਏ, ਉਹ ਫਿਰ ਸੱਚ ਸਰੂਪ ਖੁਦ ਸੰਸਾਰ ਦੇ ਉੱਤੇ ਵੀ ਤੇ ਪਰਲੋਕ ਦੇ ਵਿੱਚ ਬਣ ਗਏ। ਸ਼ਲੋਕ ਮਹਲਾ ਤੀਜਾ। ਕਲਮ ਜਲੋਂ ਸਣ ਮਸਵਾਣੀਐ, ਕਾਗਦ ਪੀ ਜਲ ਜਾਓ। ਇਸ ਦੀ ਉਥਾਨਕਾ ਇਸ ਤਰ੍ਹਾਂ ਸ਼ਬਦ ਦੀ ਸ਼ਲੋਕ ਦੀ ਇਸ ਤਰ੍ਹਾਂ ਸਿਆਣਿਆਂ ਨੇ ਉਚਾਰਨ ਕੀਤੀ ਵੀ ਕੋਈ ਲਖਾਰੀ ਆਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਤਾਬ ਲਿਖ ਕੇ, ਤੇ ਪ੍ਰੀਤਮ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਣ ਲੱਗੇ, ਮਹਾਰਾਜ ਬੜੀ ਮਿਹਨਤ ਕਰਕੇ ਲਿਖਿਆ ਹੈ ਸਭ ਕੁਝ, ਇਸ ਕਰਕੇ ਆਪ ਇਸ ਨੂੰ ਪੜ੍ਹੋ। ਤੇ ਆਪ ਪੜ੍ਹ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਪ ਇਹਦੇ ਉੱਤੇ ਮੋਹਰ ਲਾਵੋ ਤੇ ਜਿਹੜੀ ਕਿ ਸੰਗਤ ਨੂੰ ਪ੍ਰਵਾਨ ਹੋ ਜਾਵੇ। ਸਤਿਗੁਰਾਂ ਨੇ ਕਿਤਾਬ ਪੜ੍ਹੀ ਤੇ ਪੜ੍ਹ ਕੇ ਪਰੇ ਰੱਖ ਦਿੱਤੀ। ਆਖਣ ਲੱਗੇ ਵੀ ਭਾਈ ਇਹ ਕਿਤਾਬ ਸਾਡੇ ਕਿਸੇ ਵੀ ਕੰਮ ਦੀ ਨਹੀਂ ਹੈ। ਉਹ ਆਖਣ ਲੱਗਾ ਮਹਾਰਾਜ ਬੜੀ ਮਿਹਨਤ ਕੀਤੀ ਮੈਂ ਤਾਂ ਇਹਨੂੰ ਲਿਖਣ ਲਈ। ਕਹਿੰਦੇ ਨਾ ਤਾਂ ਭਾਈ ਇਹਦੇ ਵਿੱਚ ਪ੍ਰਮਾਤਮਾ ਦੇ ਪ੍ਰਥਾਏ ਵਿਰਾਗ ਦਾ ਕੋਈ ਗਿਆਨ ਹੈ, ਨਾ ਹੀ ਕੋਈ ਇੱਥੇ ਸੇਵਾ ਸਿਮਰਨ ਦਾ ਕੋਈ ਇਹਦੇ ਵਿੱਚ ਗਿਆਨ ਹੈ, ਨਾ ਭਜਨ ਬੰਦਗੀ ਦਾ ਇਹਦੇ ਵਿੱਚ ਗਿਆਨ ਹੈ, ਨਾ ਕੋਈ ਟਹਿਲ ਕਰਨ ਦਾ ਤਰੀਕਾ ਇਹਦੇ ਵਿੱਚ ਤੇ ਲਿਖਿਆ। ਸੋ ਇਸ ਕਰਕੇ ਇਹ ਕਿਤਾਬ ਬੇਅਰਥ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਕਹਿੰਦੇ ਸਾਡਾ ਮਨ ਤਾਂ ਇਸ ਤਰ੍ਹਾਂ ਫਿਰ ਆਵਾਜ਼ ਦਿੰਦਾ ਹੈ ਕਿਤਾਬ ਪੜ੍ਹ ਕੇ ਵੀ ਕਲਮ ਜਲੋ ਸਣ ਮਸਵਾਣੀਏ, ਕਾਗਜ਼ ਵੀ ਜਲ ਜਾਓ। ਜਿਸ ਕਲਮ ਨੇ ਇਹ
ਮਾਇਆ ਦੇ ਰੂਪ ਰੰਗ ਪ੍ਰਮਾਤਮਾ ਤੋਂ ਦੂਰ ਕਰਨ ਵਾਲੇ ਸਾਧਨ ਲਿਖੇ ਹੋਏ ਨੇ। ਉਹ ਕਲਮ ਵੀ ਜਲ ਜਾਵੇ, ਉਹ ਦਵੈਤ ਵੀ ਜਲ ਜਾਵੇ, ਸ਼ਾਹੀ ਵੀ ਜਲ ਜਾਵੇ, ਉਹ ਕਾਗਜ਼ ਵੀ ਜਲ ਜਾਵੇ। ਲਿਖਣ ਵਾਲਾ ਜਲ ਬਲੋਂ ਜਿਨ ਲਿਖਿਆ ਦੂਜਾ ਭਾਓ। ਸਤਿਗੁਰ ਕਹਿੰਦੇ ਨੇ ਮੈਂ ਤਾਂ ਇਹ ਇੱਥੇ ਤੱਕ ਕਹਿੰਦਾ ਵੀ ਲਿਖਾਰੀ ਵੀ ਜਲ ਜਾਵੇ। ਜਿਸ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਤੋਂ ਇਲਾਵਾ ਹੋਰ ਕੋਈ ਦੂਜੇ ਗੱਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਮਾਇਆ ਇਕੱਠੀ ਕਰਦੇ ਸਾਧਨ ਲਿਖਣੇ ਸ਼ੁਰੂ ਕਰ ਦਿੱਤੇ, ਕਹਿੰਦੇ ਉਸ ਤਰ੍ਹਾਂ ਦਾ ਲਿਖਾਰੀ ਵੀ ਜਲ ਜਾਵੇ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ। ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਸੰਸਾਰ ਦੇ ਉੱਤੇ ਪੂਰਬਲੇ ਕਰਮ ਲਿਖਾ ਕੇ ਜਿਹੜਾ ਆਇਆ ਹੋਇਆ ਉਹੀ ਇੱਥੇ ਉਸ ਨੂੰ ਕਮਾਉਣੇ ਚਾਹੀਦੇ ਨੇ, ਕਿ ਉਸ ਨੂੰ ਆਉਣ ਦਾ ਇੱਥੇ ਗਿਆਨ ਹੋਣਾ ਚਾਹੀਦਾ। ਮੈਂ ਸੰਸਾਰ ਦੇ ਉੱਤੇ ਆਇਆ ਕੀ ਕਰਨਾ ਹੈ। ਜਦੋਂ ਇਦੂ ਚੀਜ਼ ਦਾ ਗੁਰੂ ਦੇ ਕੋਲੋਂ ਉਸ ਨੇ ਗਿਆਨ ਲੈ ਲਿਆ ਵੀ ਮੇਰੇ ਇੱਥੇ ਆਉਣ ਦਾ ਸਾਧਨ ਕੀ ਹੈ, ਮੈਨੂੰ ਸਤਿਗੁਰਾਂ ਨੇ ਸਾਰੀਆਂ ਸ੍ਰੇਸ਼ਟ ਜੁਨੀਆਂ ਦੇ ਵਿੱਚ ਉੱਚੀ ਜੂਨ ਬਣਾ ਕੇ ਸੰਸਾਰ ਤੇ ਭੇਜਿਆ, ਤਾਂ ਮੇਰੀਆਂ ਵੀ ਕੁਝ ਡਿਊਟੀਆਂ ਨੇ। ਉਸ ਕਰਤੇ ਦੇ ਚਰਨਾਂ ਦੇ ਵਿੱਚ ਜੁੜ ਕੇ ਉਸ ਕਰਤੇ ਦੀ ਸਿਫਤ ਸਲਾਹ ਦੇ ਵਿੱਚ ਮੈਂ ਆਪਣਾ ਜੀਵਨ ਬਤੀਤ ਕਰ ਕਰਕੇ ਸੁਚੇਤ ਹੋ ਕੇ ਆਪਣੇ ਮਾੜੇ ਕਰਮ ਮੇਟ ਕੇ ਸੱਚੇ ਲੇਖ ਉਜਾਗਰ ਕਰਕੇ ਉਹਦੇ ਨਾਲ ਜਾ ਕੇ ਮੇਰਾ ਅਭੇਦ ਹੋ ਜਾਵਾਂ, ਉਹਦੇ ਚਰਨਾਂ ਦੇ ਵਿੱਚ ਮੈਂ ਜਾ ਕੇ ਮੈਨੂੰ ਜਗ੍ਹਾ ਮਿਲ ਜਾਵੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਸ ਕਰਕੇ ਅਵਰਣ ਨਾ ਕਰਨਾ ਜਾਏ, ਹੋਰ ਕੁਝ ਵੀ ਕਰਨ ਦੀ ਇੱਥੇ ਜ਼ਰੂਰਤ ਨਹੀਂ, ਜੋ ਵੀ ਤੁਸੀਂ ਕਰੋਗੇ ਸਭ ਵਿਅਰਥ ਹੈ। ਮਹਿਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ। ਭਾਈ ਨਾਮ ਤੋਂ ਬਗੈਰ, ਉਸ ਦੀ ਸੇਵਾ ਤੋਂ ਬਗੈਰ, ਬੰਦਗੀ ਤੋਂ ਬਗੈਰ, ਉਸ ਦੀ ਵਡਿਆਈ ਤੋਂ ਬਗੈਰ, ਕਹਿੰਦੇ ਹੋਰ ਜੋ ਵੀ ਤੁਸੀਂ ਨਾਟਕ ਚੇਟਕ ਪੜ੍ਹੋਗੇ, ਇਹ ਕਿਤਾਬਾਂ ਪੜ੍ਹੋਗੇ, ਰਸਾਲੇ ਪੜ੍ਹੋਗੇ, ਕਹਿੰਦੇ ਇਹ ਸਾਰੇ ਕੂੜ ਨੇ। ਔਰ ਇਹਨਾਂ ਦਾ ਜੇ ਤੁਸੀਂ ਕਿਸੇ ਨੂੰ ਜਾ ਕੇ ਗਿਆਨ ਦਿਓਗੇ ਉਹ ਵੀ ਕੂੜ ਹੈ, ਬੇਅਰਥ ਹੈ, ਕਿਉਂਕਿ ਇਹ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੀ ਮਾਇਆ ਦਾ ਇੱਕ ਹੋਰ ਵੱਖਰਾ ਰੂਪ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗਿਆਨ ਕਰਦੇ ਨੇ ਕਿ ਇਹ ਤਾਂ ਪ੍ਰਮਾਤਮਾ, ਇਹ ਮਾਇਆ ਇਦੂ ਰੂਪ ਦੇ ਵਿੱਚ ਆਣ ਕੇ ਵੀ ਪ੍ਰਮਾਤਮਾ ਤੋਂ ਦੂਰ ਲੈ ਕੇ ਜਾ ਰਹੀ ਹੈ। ਸੋ ਇਸ ਕਰਕੇ ਇਹ ਸਭ ਕੁਝ ਕੂੜ ਹੈ, ਇਹ ਬੇਅਰਥ ਹੈ। ਨਾਨਕ ਬਿਨ ਨਾਵੈ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਤੋਂ ਬਗੈਰ ਹੋਰ ਕੋਈ ਵੀ ਵਸਤੂ ਸੱਚੀ ਇੱਥੇ ਨਹੀਂ ਹੈ। ਜਿੰਨਾ ਮਰਜੀ ਪੜ੍ਹ ਲਓ, ਜਿੰਨਾ ਮਰਜੀ ਹੋਈ ਜਾਓ, ਜਿੰਨਾ ਵੀ ਤੁਸੀਂ ਪੜ੍ਹੀ ਜਾਓਗੇ, ਜਿੰਨਾ ਗਿਆਨ ਇਕੱਠਾ ਕਰੀ ਜਾਓਗੇ ਹੋਰ ਵਸਤੂਆਂ ਦਾ, ਤੇ ਸਮਝ ਲਓ ਤੁਸੀਂ ਇੱਥੇ ਖੁਆਰ ਹੀ ਹੋਵੋਗੇ। ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ। ਸੰਗਤ ਆਖਣ ਲੱਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਕਿਰਪਾ ਕਰਕੇ ਉਸ ਪਰਮਾਤਮਾ ਬਾਰੇ, ਭਾਵੇਂ ਦੇਖੋ ਖੁਦ ਪਰਮਾਤਮਾ ਦਾ ਰੂਪ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਨਿਮਰਤਾ ਸੇਵਾ ਸਿਮਰਨ ਕਿੰਨਾ ਉਹਨਾਂ ਦੇ ਕੋਲ ਹੈ, ਕਿੰਨਾ ਪ੍ਰੇਮ ਹੈ ਉਹਨਾਂ ਦੇ ਅੰਦਰ, ਔਰ ਸੰਗਤ ਨੂੰ ਇਦੂ ਪਿਆਰ ਦੇ ਨਾਲ ਸਮਝਾ ਰਹੇ ਨੇ, ਵਾਰ-ਵਾਰ ਸਾਨੂੰ ਵੀ ਸਮਝਾ ਰਹੇ ਨੇ। ਸੰਸਾਰ ਦੇ ਉੱਤੇ ਆਏ ਹੋਏ ਜੀਵ ਆਪਣੀਆਂ ਚਤਰਾਈਆਂ ਛੱਡ, ਤੇ ਮਹਾਰਾਜ ਕਹਿੰਦੇ ਇਦੂ ਪੌੜੀ ਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਕੀ ਵਡਿਆਈ ਵੱਡੀ ਹੈ ਭਾਈ। ਇਹ ਸੰਸਾਰੀ ਜੀਵੋ ਕਿਸੇ ਮਨੁੱਖ ਦੀ ਵਡਿਆਈ ਕਰਨੀ, ਕਿਸੇ ਮਨੁੱਖ ਨੂੰ ਸਹਿਲਾਉਣਾ ਸ਼ੋਭਾ ਨਹੀਂ ਦੇਵੇਗਾ। ਜਿਹੜਾ ਕੋਈ ਧਰਮੀ ਹੋਏਗਾ ਉਹ ਕਰਵਾਵੇਗਾ ਵੀ ਨਹੀਂ, ਉਹਨੂੰ ਕੋਈ ਜ਼ਰੂਰਤ ਹੀ ਨਹੀਂ ਕਰਵਾਉਣ ਦੀ। ਆਖਣ ਲੱਗੇ ਕਿ ਉਸ ਪਰਮਾਤਮਾ ਦੀ ਵਡਿਆਈ ਸਭ ਤੋਂ ਉੱਚੀ ਸੁੱਚੀ ਹੈ, ਹਰ ਕੀਰਤਨ ਹਰ ਕਾ। ਔਰ ਵਡਿਆਈ ਕਿਉਂ ਉਹਦੀ ਉੱਚੀ ਹੈ ਕਿ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਉਸ ਦੀ ਕੀਰਤੀ ਹੈ, ਉਸ ਦੀ ਸਿਫਤ ਹੈ, ਉਸ ਦਾ ਨਾਮ ਹੈ। ਹਰ ਕੀ ਵਡਿਆਈ ਵੱਡੀ ਹੈ ਜਾਣਿਆਓ ਹੈ ਧਰਮ ਕਾ। ਕਾਤੇ ਉਹਦੀ ਵਡਿਆਈ ਵੱਡੀ ਹੈ? ਮਾਰੇ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ। ਕਾਤੇ ਵੱਡੀ ਹੈ? ਕਹਿੰਦੇ ਜਾਣਿਆਓ ਹੈ ਧਰਮ ਦਾ, ਕਿਉਂਕਿ ਉੱਥੇ ਸੱਚ ਦਾ ਸੱਚੋ ਸੱਚ ਨਿਬੜੇ, ਉੱਥੇ ਸੱਚੋ ਸੱਚ ਹੀ ਨਿਬੜਦੇ, ਉੱਥੇ ਇਨਸਾਫ ਸੱਚ ਦਾ ਕੀਤਾ ਜਾਂਦਾ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ। ਇਸ ਤਰ੍ਹਾਂ ਪ੍ਰਮਾਤਮਾ ਦੀ ਵਡਿਆਈ ਵੱਡੀ ਹੈ
ਕਿਉਂਕਿ ਉਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਸੱਚਾ ਸੁੱਚਾ ਉਹ ਦਿੰਦੇ ਹਨ। ਹਰ ਕੀ ਵਡਿਆਈ ਵੱਡੀ ਹੈ, ਜਾਨਾ ਸੁਣੀ ਕਹਿਆ ਚੁਗਲ ਕਾ। ਉਹ ਪ੍ਰੀਤਮ ਅਕਾਲਪੁਰ ਵਾਹਿਗੁਰੂ ਦੀ ਵਡਿਆਈ ਵੱਡੀ ਇਸ ਕਰਕੇ ਹੈ ਕਿ ਉੱਥੇ ਚੁਗਲ ਨਿੰਦਕ ਜੋ ਮਰਜੀ ਜਾ ਕੇ ਆਖ ਦੇਵੇ, ਉਹ ਬੇਪਰਵਾਹ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਸੱਚ ਦੇ ਦਾ ਜੀਵਨ ਆਪਣੇ ਪਿਆਰਿਆਂ ਨੂੰ ਦਿੰਦਾ, ਸੱਚ ਤੇ ਚੱਲਣ ਦਾ ਉਪਦੇਸ਼ ਦਿੰਦਾ, ਉਹ ਸੱਚ ਦਾ ਹੀ ਉੱਥੇ ਨਿਆਂ ਹੁੰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਸ ਅਕਾਲ ਪੁਰਖ ਮਿਹਰਬਾਨ ਦਿਆਲੂ ਕਿਰਪਾਲੂ ਦੀ ਵਡਿਆਈ ਸਭ ਤੋਂ ਉੱਚੀ ਸੁੱਚੀ ਹੈ, ਕਿਉਂਕਿ ਉਹਦੇ ਕੋਲੋਂ ਦਾਤਾ ਮੰਗਣ ਦੀ ਜ਼ਰੂਰਤ ਨਹੀਂ, ਉਹ ਆਪਣੇ ਪਿਆਰਿਆਂ ਨੂੰ ਸਭ ਕੁਝ ਆਪੇ ਹੀ ਦੇਈ ਜਾ ਰਹੇ ਹਨ। ਸ਼ਲੋਕ ਮਹਲਾ ਤੀਜਾ। ਹਉ ਹਉ ਕਰਤੀ ਸਭ ਮੁਈ, ਸੰਪਉ ਕਿਸੇ ਨਾ ਨਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਹੁਣ ਇੱਕ ਹੋਰ ਰੂਪ ਦੇ ਵਿੱਚ ਗੱਲ ਕਰਦੇ ਨੇ ਉਹਨਾਂ ਦੇ ਨਾਲ। ਕਹਿੰਦੇ ਦੇਖੋ ਭਾਈ, ਕਿੰਨੀਆਂ ਕਿੰਨੀਆਂ ਤੁਹਾਡੀਆਂ ਉਮਰਾਂ ਹੋ ਗਈਆਂ, ਹੁਣ ਆਪਾਂ ਵੀ ਦੇਖ ਲਈਏ ਆਪਣੀਆਂ ਕਿੰਨੀਆਂ ਕਿੰਨੀਆਂ ਉਮਰਾਂ ਹੋ ਗਈਆਂ, ਕਿੰਨਿਆਂ ਕੁ ਨੂੰ ਅਸੀਂ ਇਦੋਂ ਸੰਸਾਰ ਦੇ ਉੱਤੇ ਮੋਢਾ ਲਾ ਕੇ ਤੋਰ ਚੁੱਕੇ ਹਾਂ, ਤੇ ਕਿੰਨਿਆਂ ਕੁ ਨੇ ਪਰਮਾਤਮਾ ਨੂੰ ਪਾ ਲਿਆ। ਆਪਾਂ ਨੂੰ ਮੱਤ ਦਿੱਤੀ ਆ ਮਾਲਕ ਨੇ, ਇਹਦੇ ਨਾਲ ਤਾਂ ਅਸੀਂ ਜ਼ਰੂਰ ਸੋਚ ਹੀ ਸਕਦੇ ਹਾਂ ਨਾ। ਤੇ ਮਹਾਰਾਜ ਇੱਥੇ ਕਹਿੰਦੇ ਨੇ ਵੀ ਇਹ ਸੰਸਾਰੀ ਜੀਵੋ ਬੜੇ ਹਉ ਮੈਂ ਕਰਦੇ ਕਰਦੇ ਇੱਥੋਂ ਬਹੁਤ ਮਰ ਚੁੱਕੇ ਨੇ, ਪਰ ਅੱਜ ਤੱਕ ਕਿਸੇ ਦੇ ਨਾਲ ਕੋਈ ਵਸਤੂ ਸੰਸਾਰ ਤੋਂ ਨਹੀਂ ਗਈ। ਦੂਜੇ ਭਾਏ ਦੁੱਖ ਪਾਇਆ, ਸਭ ਜੋ ਹੀ ਜਮਕਾਲ। ਪਰਮਾਤਮਾ ਨੂੰ ਪਿੱਠ ਦੇ ਕੇ ਜਿਹੜਾ ਜੀਵਨ ਬਤੀਤ ਕੀਤਾ, ਭਰਮਾਂ ਦੇ ਵਿੱਚ ਗਿਆਨ ਦੇ ਹਨੇਰੇ ਦੇ ਵਿੱਚ ਸੁੱਤਾ ਰਿਹਾ, ਕਹਿੰਦੇ ਬੜਾ ਭਾਰੀ ਦੁੱਖ ਤੈਨੂੰ ਪ੍ਰਾਪਤ ਹੋਇਆ, ਉਹਦੇ ਨਾਲ ਤੇਰਾ ਜਨਮ ਤੇ ਮਰਨ ਦਾ ਗੇੜ ਖਤਮ ਨਹੀਂ ਹੋਇਆ। ਤੇ ਇੱਥੇ ਇਹਨਾਂ ਕੇ ਜਿਹੜੇ ਇਹਦੇ ਵਿੱਚ ਅਜੇ ਵੀ ਫਸੇ ਹੋਏ ਨੇ, ਕਹਿੰਦੇ ਨੇ ਅੰਤ ਦੇ ਉੱਤੇ ਉਹਨਾਂ ਨੂੰ ਜਮਕਾਲ ਹੀ ਆਣ ਕੇ ਲੈ ਕੇ ਜਾਵਣਗੇ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸਮਾਲ। ਨਿਰੰਕਾਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕਰ ਦਿੱਤੀ, ਗੁਰਮੁਖਾਂ ਵਾਲਾ ਜੀਵਨ ਦੇ ਦਿੱਤਾ, ਉਹ ਸੰਸਾਰ ਦੇ ਵਿੱਚ ਇਹ ਭਵ ਸਾਗਰ ਦੇ ਵਿੱਚੋਂ ਉੱਭਰ ਗਏ। ਵਡਿਆਈ ਹੋਈ ਉਹਨਾਂ ਦੀ ਸੰਸਾਰ ਤੇ, ਜੀਵਨ ਦੀ ਬਾਜੀ ਨੇ ਉਹਨਾਂ ਨੂੰ ਜਿੱਤ ਲਿਆ। ਕਿਹਨਾਂ ਨੇ? ਜਿਨ੍ਹਾਂ ਨੇ ਸੱਚੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਲਿਆ। ਮਹਿਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਇਹ ਜਿਹੜਾ ਸ਼ਲੋਕ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸੰਗਲਾਦੀਪ ਤੋਂ ਸ਼ਿਵ ਦत्त ਨੂੰ ਗਿਆਨ ਦਿੰਦੇ ਹੋਏ ਆ ਰਹੇ ਨੇ, ਇਹਦੀ ਛੋਟੀ ਜਿਹੀ ਭੂਮਿਕਾ ਇਸ ਵਿੱਚ ਬੰਨਣੀ ਹੈ, ਕਿਉਂਕਿ ਤੁਸੀਂ ਇਹ ਬਹੁਤ ਵਾਰ ਸਾਖੀ ਜ਼ਰੂਰ ਸੁਣੀ ਹੋਏਗੀ। ਜਦੋਂ ਵਾਪਸ ਆ ਰਹੇ ਨੇ ਤੇ ਮਰਦਾਨਾ ਜੀ ਆਖਣ ਲੱਗੇ, ਮਹਾਰਾਜ ਇਹ ਲਾਗੇ ਪਿੰਡ ਹੈ, ਵੀ ਮੈਨੂੰ ਪਿਆਸ ਵੀ ਬੜੀ ਲੱਗੀ ਹੋਈ ਹੈ, ਜੇ ਆਪ ਹੁਕਮ ਕਰੋ ਤਾਂ ਮੈਂ ਜਾ ਕੇ ਪਾਣੀ ਪੀ ਆਵਾਂ। ਸਤਿਗੁਰ ਆਖਣ ਲੱਗੇ ਜਾਓ ਭਾਈ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਦੋਂ ਪਿੰਡ ਦੇ ਲਾਗੇ ਦੀ ਤਾਂ ਹੀ ਲੰਘਣ ਲੱਗੇ ਨੇ ਕਿ ਇਸ ਪਿੰਡ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਪਿੰਡ ਨੂੰ ਉਤਾਰਨਾ ਹੈ। ਜਦੋਂ ਮਰਦਾਨਾ ਜੀ ਗਏ, ਫਿਰ ਤੁਸੀਂ ਜਾਣਦੇ ਹੋ ਕਿ ਮਰਦਾਨਾ ਜੀ ਨੂੰ ਇੱਕ ਘਰ ਦੇ ਵਿੱਚ ਜਿੱਥੇ ਪਾਣੀ ਮੰਗਿਆ, ਉੱਥੇ ਜਾਦੂਗਰਨੀਆਂ, ਸਾਰਾ ਪਿੰਡ ਹੀ ਜਾਦੂਗਰਨੀਆਂ ਦਾ ਸੀ। ਨੂਰ ਸ਼ਾਹ ਜਿਹੜੀ ਇਹਨਾਂ ਦੇ ਮੁਖੀਆ ਸੀ, ਔਰ ਇਹ ਜਿਸਲੇ ਉੱਥੇ ਗਿਆ ਤੇ ਉਸ ਨੇ ਦੇਖਿਆ ਕਿ ਬੜਾ ਸੋਹਣਾ ਸੁਨੱਖਾ ਹੈ, ਮੰਜੇ ਤੇ ਬਹਾਲਿਆ। ਬਹਾਲਣ ਤੋਂ ਬਾਅਦ ਉਹਦੇ ਗਲ ਦੇ ਵਿੱਚ ਇੱਕ ਜਾਦੂ ਦਾ ਧਾਗਾ ਪਾ ਕੇ ਉਹਨੂੰ ਮੇਂਢਕਾ ਬਣਾ ਲਿਆ। ਮੇਂਢਕਾ ਕਹਿੰਦੇ ਨੇ ਮੇਲ ਸ਼ੀਪ ਨੂੰ, ਉਸ ਨੂੰ ਮੇਂਢਕਾ ਕਹਿੰਦੇ ਹਾਂ ਆਪਾਂ। ਤੇ ਇਹ ਜਦੋਂ ਮੇਂਢਕਾ ਬਣਾ ਲਿਆ ਤੇ ਰੱਸੀ ਦੇ ਨਾਲ ਬੰਨ੍ਹ ਦਿੱਤਾ ਤੇ ਆਪ ਘੜਾ ਚੱਕ ਕੇ ਬਾਹਰ ਨੂੰ ਤੁਰ ਗਈ। ਸਮਾਂ ਬਤੀਤ ਗਿਆ ਥੋੜਾ ਜਿਹਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਉਧਰੋਂ ਮਰਦਾਨੇ ਨੂੰ ਟੋਲਦੇ ਆ ਗਿਆ। ਇਹ ਤਾਂ ਕੌਤਕ ਨੇ ਉਹਦੇ ਅਕਾਲ ਪੁਰਖ ਨਿਰੰਕਾਰ ਦੇ। ਆਏ ਤੇ ਆਣ ਕੇ ਦੁਮਾਈ ਨੂੰ ਪੁੱਛਦੇ, ਕਹਿੰਦੇ ਵੀ ਸਾਡਾ ਇੱਕ ਸੇਵਕ ਇੱਧਰ ਨੂੰ ਆਇਆ ਸੀ, ਮਨੁੱਖਾ ਦੇਹ ਵਾਲਾ, ਤੈਂ ਦੇਖਿਆ? ਆਖਣ ਲੱਗੇ ਇੱਥੇ ਕੋਈ ਨਹੀਂ ਆਇਆ ਹੋਇਆ। ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਜਦੋਂ ਆਵਾਜ਼ ਇਸ ਮੇਂਢਕੇ ਨੇ ਪਹਿਚਾਣੀ ਤਾਂ ਇਹ ਬਹਿ ਕਰਨ ਲੱਗ ਪਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਪਹਿਚਾਣ ਗਿਆ ਵੀ ਮਰਦਾਨਾ ਕਿਸੇ ਹੋਰ ਰੂਪ ਦੇ ਵਿੱਚ ਇਹਨੇ ਅੰਦਰ ਬੰਨਿਆ ਹੋਇਆ ਹੈ। ਸਤਿਗੁਰ ਗਏ ਉੱਥੇ ਜਾ ਕੇ ਉਸ ਦੇ ਗਲੋਂ ਉਹ ਤੰਦੂਆ ਤੋੜਿਆ ਧਾਗਾ, ਤਾਂ ਮੁੜ ਇਸ ਨੂੰ ਮਨੁੱਖਾ ਦੇਹੀ ਦੇ ਵਿੱਚ ਲੈ ਕੇ ਆਂਦਾ। ਤਾਂ ਇਹ ਜਿਹੜੀ ਔਰਤ ਹੈ ਜਿਸ ਨੇ ਇਹ ਸਭ ਕੁਝ ਕੀਤਾ ਸੀ, ਉਹ ਦੇਖ ਰਹੀ ਹੈ। ਉਹ ਦੇਖਣ ਤੋਂ ਬਾਅਦ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨੂੰ ਵੀ ਦੱਸਣਾ ਚਾਹੁੰਦੇ ਨੇ ਕਿ ਤੇਰੇ ਜਿਹੜੇ ਆਹ ਝੂਠੇ ਜਾਦੂ ਨੇ, ਮੰਤਰ ਨੇ, ਜੋ ਕੁਝ ਤੂੰ ਇਸ ਸੰਸਾਰ ਦੇ ਉੱਤੇ ਇਹ ਕਮਾਈ ਕੀਤੀ, ਸਭ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ।
ਤਾਂ ਇਹਨਾਂ ਨੇ ਕੀਤਾ, ਜਿਹੜਾ ਘੜਾ ਸੀ ਨਾ ਉਹਦੇ ਸਿਰ ਦੇ ਉੱਤੇ ਚੱਕਾ, ਸਤਿਗੁਰਾਂ ਨੇ ਐਸੀ ਰਹਿਮਤ ਕੀਤੀ, ਘੜਾ ਸਿਰ ਦੇ ਨਾਲ ਹੀ ਜੁੜ ਗਿਆ। ਜਦੋਂ ਜੁੜ ਗਿਆ, ਇਹ ਬੜੀ ਇਹਨੇ ਕੋਸ਼ਿਸ਼ ਕੀਤੀ ਘੜੇ ਨੂੰ ਲਾਉਣ ਦੀ, ਘੜਾ ਨਾ ਲਿਆ। ਤਾਂ ਇਸ ਨੇ ਜਾ ਕੇ ਫਿਰ ਇਸ ਆਪਣੀ ਜਿਹੜੀ ਉੱਥੇ ਦੀ ਨੂਰ ਸ਼ਾਹ ਸੀ ਉਸ ਨੂੰ ਸੁਨੇਹਾ ਭੇਜਿਆ ਕਿ ਇੱਥੇ ਕੋਈ ਸਾਡੇ ਨਾਲੋਂ ਵੀ ਵੱਡਾ ਉੱਚਾ ਸੁੱਚਾ ਜਾਦੂਗਰ ਆਇਆ ਹੈ, ਜਿਸ ਨੇ ਮੇਰੇ ਸਿਰ ਦੇ ਨਾਲ ਘੜਾ ਲਾ ਦਿੱਤਾ। ਤੂੰ ਏਦਾਂ ਕਰ, ਆਪਣੀਆਂ ਜਿਹੜੀਆਂ ਹੋਰ ਜਾਦੂਗਰਨੀਆਂ ਨੇ ਉਹਨਾਂ ਨੂੰ ਭੇਜ ਤੇ ਇਹ ਘੜਾ ਮੇਰੇ ਸਿਰ ਦੇ ਉੱਤੇ ਉਤਾਰ। ਉਸ ਨੇ ਆਪਣੀਆਂ ਜਿਹੜੀਆਂ ਉਹਦੀਆਂ ਚੇਲੀਆਂ ਚਾਟੜੀਆਂ ਸੀ ਉਹਨਾਂ ਨੂੰ ਭੇਜਿਆ, ਆਖਣ ਲੱਗੇ ਜਾਓ ਉਹਦੇ ਸਿਰ ਤੋਂ ਜਾ ਕੇ ਘੜਾ ਲਾਓ। ਕੋਈ ਫੂਕਾਂ ਮਾਰਦੀ ਆਈ, ਕੋਈ ਅੱਗ ਨਿਕਲਦੀ ਆਈ, ਕੋਈ ਹਨੇਰੀ ਲਿਆਉਂਦੀ ਗਈ, ਕੋਈ ਛਾਲਾਂ ਮਾਰਦੀ ਆਈ, ਪਰ ਘੜਾ ਕਿਸੇ ਦੇ ਕੋਲੋਂ ਦੂਰ ਨਾ ਹੋਇਆ। ਗੱਲ ਛੋਟੀ ਕਿ ਅਖੀਰ ਤੇ ਉੱਤੇ ਇਹ ਨੂਰ ਸ਼ਾਹ ਨੂੰ ਵੀ ਆਉਣਾ ਪਿਆ। ਇਹਨੇ ਵੀ ਆਣ ਕੇ ਸਾਰੇ ਜੰਤਰ ਮੰਤਰ ਤੰਤਰ ਚਲਾਏ ਉੱਥੇ, ਪਰ ਉਹ ਘੜਾ ਜੁਦਾ ਨਹੀਂ ਹੋਇਆ। ਤੇ ਹੁਣ ਇਹਨਾਂ ਨੂੰ ਅਨੁਭਵ ਹੋ ਗਿਆ ਵੀ ਇਹ ਜਿਹੜਾ ਸਾਧੂ ਹੈ, ਇਹ ਜਿਹੜਾ ਉੱਚ ਦਾ ਪੀਰ ਹੈ, ਇਹ ਜਿਹੜਾ ਨਿਰੰਕਾਰ, ਇਹ ਕੋਈ ਸੱਚਮੁੱਚ ਹੀ ਏਦੂ ਜਹਾਨ ਦਾ ਮਾਲਕ ਹੀ ਆਇਆ ਹੋਇਆ ਸਾਡੀ ਪਰਖ ਲੈਣ ਵਾਸਤੇ, ਸਾਨੂੰ ਗਿਆਨ ਦੇਣ ਵਾਸਤੇ। ਚਰਨੀ ਪੈ ਗਈਆਂ, ਡਿੱਗ ਪਈਆਂ ਆਣ ਕੇ, ਜਿਸ ਨੇ ਮਿੰਨਤਾਂ ਕਰ ਲੈ ਪਈਆਂ। ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਐਸੀ ਮਿਹਰ ਦੀ ਨਿਗਾਹ ਮਾਰੀ, ਘੜਾ ਪਰੇ ਹੋ ਗਿਆ। ਤੇ ਸਤਿਗੁਰ ਜੀ ਹੁਣ ਉਹਨਾਂ ਨੂੰ ਗਿਆਨ ਦਿੰਦੇ ਨੇ, ਕਹਿੰਦੇ ਬੜੀਆਂ ਸੋਹਣੀਆਂ ਸੁਨੱਖੀਆਂ ਹੋ ਤੁਸੀਂ, ਪਰ ਕਹਿੰਦੇ ਤੁਹਾਡੇ ਜਿਹੜੇ ਚੱਜ ਨੇ, ਜਿਹੜੇ ਤੁਹਾਡੇ ਕੰਮ ਨੇ, ਇਹ ਬੜੇ ਹੀ ਭੈੜੇ ਨੇ। ਕਿਹਨਾਂ ਦੀਆਂ ਰੀਸਾਂ ਕਰਨੀਆਂ ਤੁਸੀਂ? ਉਹ ਆਤਮਾਵਾਂ ਦੀਆਂ ਜਿਹੜੀਆਂ ਕਿ ਬੰਦਗੀ ਕਰਦੀਆਂ ਨੇ। ਤੁਸੀਂ ਕਿਹੜਾ ਦਿਖਾਲਾ ਕਰਦੇ ਹੋ, ਅੰਦਰੋਂ ਹੋਰ ਬਾਹਰੋਂ ਹੋਰ ਹੋ ਤੁਸੀਂ। ਤਾਂ ਇਸ ਕਰਕੇ ਤੁਹਾਡੀਆਂ ਜਦੋਂ ਅਸੀਂ ਗੱਲਾਂ ਸੁਣੀਆਂ, ਤੁਸੀਂ ਬੜੀਆਂ ਚੰਗੀਆਂ ਲੱਗੀਆਂ, ਪਰ ਫਿਰ ਮਹਾਰਾਜ ਨੇ ਇਹ ਸ਼ਬਦ ਉੱਥੇ ਉਚਾਰਨ ਕੀਤਾ, ਕਹਿੰਦੇ ਗੱਲੀ ਅਸੀਂ ਚੰਗੀਆਂ ਗੱਲਾਂ ਦੇ ਨਾਲ ਤਾਂ ਅਸੀਂ ਬਹੁਤ ਉੱਚੇ ਸੁੱਚੇ ਬਣ ਜਾਂਦੇ ਹਾਂ, ਬੜਾ ਅਸੀਂ ਆਪਣੇ ਆਪ ਨੂੰ ਧਰਮੀ ਕਰਮੀ ਅਖਵਾ ਕੇ ਇਦੂ ਸੰਸਾਰ ਦੇ ਉੱਤੇ ਵਿਚਰਦੇ ਹਾਂ, ਪਰ ਆਚਾਰੀ ਬੁਰੀਆਂ। ਪਰ ਜਿਹੜੇ ਸਾਡੇ ਕਰਤੱਵ ਨੇ, ਸਾਡੇ ਜਿਹੜੇ ਕੰਮ ਨੇ, ਉਹ ਐਸੇ ਕਾਜ ਨੇ ਜਿਹੜੇ ਕਿ ਸਾਨੂੰ ਪਰਮਾਤਮਾ ਦੇ ਨਾਲ ਤੋੜ ਕੇ ਨਰਕਾਂ ਵੱਲ ਲੈ ਕੇ ਜਾ ਰਹੇ ਹਨ। ਮਨ ਹੋ ਕਸੁਦਾ ਕਾਲੀਆਂ, ਬਾਹਰ ਚਿੱਟਵੀਆਂ। ਅੰਗਾਰੋਂ ਬੜੇ ਅਸੀਂ ਚਿੱਟੇ ਚਿੱਟੇ ਰੂਪ ਬਣਾਏ ਹੋਏ ਨੇ, ਚਿੱਟੇ ਚਿੱਟੇ ਕੱਪੜੇ ਪਾਏ ਹੋਏ ਨੇ, ਪਰ ਮਨ ਦੇ ਵਿੱਚ ਈਰਖਾ, ਨਿੰਦਿਆ, ਚੁਗਲੀ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਹੰਸ ਹੇਤ ਲੋਭ ਕੋ, ਇਸ ਤਰ੍ਹਾਂ ਦਾ ਵਿਕਾਰ ਚੱਲ ਰਹੇ ਨੇ। ਅਸੀਂ ਉਹਨਾਂ ਦੇ ਨਾਲ, ਉਹ ਜਿਹੜੀਆਂ ਵਿਕਾਰਾਂ ਦੀ ਕਾਲਕ ਦੇ ਨਾਲ ਅੰਦਰੋਂ ਅਸੀਂ ਬਿਲਕੁਲ ਹੀ ਸਵਾਹ ਹੋਈਆਂ ਬੈਠੀਆਂ ਹਾਂ। ਰੀਸਾਂ ਕਰਹਿ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਤੇ ਤੁਸੀਂ ਰੀਸਾਂ ਉਹਨਾਂ ਆਤਮਾਵਾਂ ਦੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਹੜੇ ਪ੍ਰੀਤਮ ਆਪਣੇ ਪਤੀ ਦੇ ਦਰ ਦੇ ਉੱਤੇ ਹੱਥ ਜੋੜ ਕੇ ਹਰ ਵੇਲੇ ਉਹਦੇ ਹੁਕਮ ਦੇ ਵਿੱਚ ਉਹਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਖੜੀਆਂ ਹਨ। ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਇਹ ਉਹ ਆਤਮਾਵਾਂ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਇਹ ਤਾਂ ਸਦਾ ਆਪਣੇ ਪ੍ਰੀਤਮ ਦੇ ਦਰ ਦੇ ਉੱਤੇ ਖੜੀਆਂ ਨੇ, ਉਹਨਾਂ ਦੀ ਸੇਵਾ ਦੇ ਵਿੱਚ ਖੜੀਆਂ ਨੇ, ਹੁਕਮ ਦੇ ਇੰਤਜ਼ਾਰ ਕਰਦੀਆਂ ਨੇ, ਤੇ ਹਰ ਵੇਲੇ ਉਹਨਾਂ ਨੂੰ ਉਹਦਾ ਪ੍ਰੀਤਮ ਪਤੀ ਪਰਮਾਤਮਾ ਸੌਖੀ ਦੇ ਰਿਹਾ, ਉਹਨੂੰ ਦੇਖ ਕੇ, ਉਹਦੀ ਸੇਵਾ ਕਰਕੇ ਇਹ ਆਨੰਦ ਮਾਣਦੀਆਂ ਨੇ, ਖੁਸ਼ੀਆਂ ਮਾਣਦੀਆਂ ਨੇ। ਹਰ ਤਰ੍ਹਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਉਹਨੂੰ ਸਾਰੇ ਖਜ਼ਾਨੇ ਖੋਲ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੀਵਨ ਸਫਲ ਬਤੀਤ ਕਰ ਰਹੀਆਂ ਹਨ। ਹੁੰਦੇ ਤਾਣ ਨਿਤਾਣੀਆਂ, ਰਹਿ ਨਿਮਾਣੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਦੇਖ ਨੂਰ ਸ਼ਾਹ, ਤੂੰ ਆਪਣੇ ਆਪ ਨੂੰ ਕਿੰਨੀ ਸੋਹਣੀ ਖਾਉਂਦੀ ਹੈ, ਕਿੰਨਾ ਤੂੰ ਦੱਸਣ ਦੇ ਵੀ ਤੇਰੇ ਅੰਦਰ ਆ ਜਿਹੜੇ ਜਾਦੂ ਮੰਤਰ ਦੇ ਜਲ ਬਲ ਨੇ। ਕਹਿੰਦੇ ਉਹ ਜਿਹੜੀਆਂ ਆਤਮਾਵਾਂ ਨੇ ਉਹਨਾਂ ਦੇ ਵਿੱਚ ਤਾਂ ਤੇਰੇ ਕੋਲ ਇੱਕ ਚੁਟਕੀ ਵੀ ਉਹ ਜਿੰਨੀ ਉਹਨਾਂ ਕੋਲ ਤਾਕਤ ਹੈ ਨਹੀਂ, ਪਰ ਸਭ ਕੁਝ ਹੁੰਦੇ ਹੋਏ ਵੀ, ਉਹ ਮਾਣ ਹੁੰਦੇ ਹੋਏ ਵੀ, ਸਭ ਤਾਕਤਾਂ ਹੁੰਦੀਆਂ ਹੁੰਦੇ ਵੀ ਆਪਣੇ ਆਪ ਨੂੰ ਨਿਮਾਣੀਆਂ ਅਖਾਉਂਦੀਆਂ ਹਨ। ਨਾਨਕ ਜਨਮ ਸਕਾਰ ਥਾ, ਜੇ ਤਿਨ ਕੈ ਸੰਗ ਮਿਲਾ। ਕਹਿੰਦੇ ਜਾ ਨੂਰ ਸ਼ਾਹ ਜਾ ਕੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਜਾ, ਜੇ ਤੂੰ ਆਪਣਾ ਜੀਵਨ ਸਫਲ ਕਰਨਾ ਚਾਹੁੰਦੀ ਹੈ। ਪੌੜੀ
ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ। ਧੰਨ ਗੁਰੂ ਨਾਨਕਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਹੇ ਅਕਾਲ ਪੁਰਖ, ਤੁਸੀਂ ਆਪੇ ਹੀ ਜਲ ਹੋ, ਆਪੇ ਹੀ ਤੁਸੀਂ ਉਹਦੇ ਵਿੱਚ ਜਿਹੜੀ ਮੱਛੀ ਜਲ ਦੇ ਵਿੱਚ ਰਹਿ ਰਹੀ ਉਹ ਹੋ, ਆਪੇ ਹੀ ਤੁਸੀਂ ਜਾਲ ਵਿਛਾਉਣ ਵਾਲੇ ਹੋ ਤੇ ਆਪ ਹੀ ਤੁਸੀਂ ਜਾਲ ਹੋ। ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸਹਿਬਾਲ। ਆਪ ਹੀ ਇਸ ਜਾਲ ਨੂੰ, ਜਦੋਂ ਤੁਸੀਂ ਦੇਖਿਆ ਹੋਣਾ ਮਛਿਆਰੇ ਜਦੋਂ ਜਾਲ ਸਿੱਟਦੇ ਨੇ ਨਾ, ਉਹ ਇਸ ਤਰ੍ਹਾਂ ਛੱਡ ਕੇ ਉਹਨੂੰ ਘੁਮਾਉਂਦੇ ਨੇ ਜਾਲ ਨੂੰ। ਇਹਨੂੰ ਕਹਿੰਦੇ ਨੇ ਵੀ ਜਾਣ ਕੇ ਤੂੰ ਅਕਾਲ ਪੁਰਖ ਜਾਲ ਜਿਹੜਾ ਜਾਲਾ ਹੈ ਜਾਂ ਜਿਹਦੇ ਵਿੱਚ ਮੱਛੀ ਫੜਨੀ ਹੈ, ਉਹਨੂੰ ਜਦੋਂ ਘੁਮਾਉਂਦੇ ਨੇ ਵਰਤਾਏਦਾ, ਇਹਨੂੰ ਫੇਰਦਾ ਹੈ ਤੇ ਆਪੇ ਹੀ ਵਿੱਚ ਸਹਿਬਾਲ, ਆਪੇ ਹੀ ਉਹਦੇ ਵਿੱਚ ਜਿਹੜਾ ਭਾਰ ਲੱਗਾ ਹੁੰਦਾ ਹੈ, ਜਾਂ ਜਾਣ ਕੇ ਉਹਦੇ ਵਿੱਚ ਜਿਹੜੀ ਚੀਜ਼ ਫਸ ਜਾਂਦੀ ਉਹ ਵੀ ਤੂੰ ਆਪ ਹੀ ਹੈ। ਤੂੰ ਆਪੇ ਕਮਲ ਅਲਪਤ ਹੈ, ਸੈ ਹੱਥਾਂ ਵਿੱਚ ਗੁਲਾਲ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਸੈ ਹੱਥਾਂ ਵਿੱਚ ਗੁਲਾਲ, 100 ਹੱਥ ਪਾਣੀ ਡੂੰਘਾ ਹੋਵੇ, ਉਹਦੇ ਵਿੱਚ ਕਮਲ ਦਾ ਫੁੱਲ ਅਡੋਲ ਖੜਾ ਹੈ। ਇਹ ਸੈ ਹੱਥ ਜਿਹੜਾ ਪਾਣੀ ਡੂੰਘਾ ਉਹ ਵੀ ਤੁਸੀਂ ਹੋ, ਵਿੱਚ ਜਿਹੜਾ ਕਮਲ ਦਾ ਫੁੱਲ ਅਡੋਲ ਖੜਾ ਉਹ ਵੀ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਸ਼ਕਤੀ ਦੇ ਨਾਲ ਹੀ ਖੜਾ ਹੈ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਵੇਂ ਸਮੁੰਦਰ ਦੇ ਰਾਹੀਂ ਸਾਨੂੰ ਗਿਆਨ ਦਿੰਦੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜੀਵ ਤੇਰਾ ਸੰਸਾਰ ਦੇ ਉੱਤੇ ਕੁਝ ਨਹੀਂ ਤੇ ਨਾ ਤੂੰ ਕਰਨ ਜੋਗਾ ਹੈ। ਇਹ ਸਭ ਕੁਝ ਜੋ ਵੀ ਕਰ ਰਿਹਾ ਅਕਾਲ ਪੁਰਖ ਸੱਚੇ ਪਾਤਸ਼ਾਹ ਕਰ ਰਿਹਾ। ਜੇ ਮਾਇਆ ਦੀ ਖੇਡ ਵਰਤਾ ਰਿਹਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਵਰਤਾ ਰਿਹਾ, ਤੇਰੀਆਂ ਪਰਖਾਂ ਲੈਣ ਵਾਸਤੇ, ਦੇਖਣ ਵਾਸਤੇ ਕਿ ਤੂੰ ਜੀਵਨ ਦੀ ਬਾਜੀ ਨੂੰ ਜਿੱਤਣਾ ਚਾਹੁੰਦਾ ਕਿ ਹਾਰਨਾ ਚਾਹੁੰਦਾ ਹੈ। ਇਥੋਂ ਜਿਹੜੇ ਉਸ ਨੇ ਸ਼ਕਤੀ ਦੇ ਨਾਲ ਪਦਾਰਥ ਬਣਾਏ ਹੋਏ ਨੇ, ਜਿਹੜੇ ਭਾਵੇਂ ਤੈਨੂੰ ਅਕਾਲ ਪੁਰਖ ਤੋਂ ਦੂਰ ਲੈ ਕੇ ਜਾ ਰਹੇ ਹਨ, ਕਹਿੰਦੇ ਇਹ ਵੀ ਉਹਦੀ ਸਾਰੀ ਰਹਿਮਤ ਹੈ, ਇਹ ਸਭ ਕੁਝ ਉਹੀ ਕਰਨ ਜੋਗਾ ਹੈ। ਆਪੇ ਉਹ ਜਾਲ ਵਿਛਾਉਣ ਵਾਲਾ ਹੈ, ਆਪੇ ਹੀ ਜਾਲ ਦੇ ਵਿੱਚ ਤੈਨੂੰ ਫਸਾਉਣ ਵਾਲਾ ਤੇ ਆਪੇ ਨਿਕਲਣ ਵਾਲਾ ਹੈ। ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਕੜੀ ਕਰ ਖਿਆਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਐਸੀ ਮਿਹਰ ਵਾਲੀ ਰੂਹ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਕਹਿੰਦੇ ਇੱਕ ਨਿਮਖ ਮਾਤਰ ਤੂੰ ਉਸ ਦੀ ਆਰਾਧਨਾ ਕਰ, ਤਨ ਤੇ ਮਨ ਨੂੰ ਇਕਾਗਰ ਕਰਕੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੈਨੂੰ ਮੁਕਤੀ ਦੇ ਦਿੰਦੇ ਨੇ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸਬਦੀ ਵੇਖ ਨਿਹਾਲ। ਮਾਰੇ ਕੋ ਸੱਚੇ ਪਾਤਸ਼ਾਹ ਜੀ ਤੇਰੇ ਤੋਂ ਹੁਕਮ ਤੋਂ ਬਗੈਰ ਬਾਹਰ ਹੋਰ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਤੇਰਾ ਜਿਹੜਾ ਸ਼ਬਦ ਹੈ ਨਾ, ਜਿਹੜਾ ਤੇਰਾ ਹੁਕਮ ਹੈ, ਇਸ ਹੁਕਮ ਨੂੰ ਸੁਣ ਸੁਣ ਕੇ ਗੁਰਮੁਖ ਨਿਹਾਲ ਹੁੰਦੇ ਨੇ, ਖੁਸ਼ ਹੁੰਦੇ ਨੇ, ਤੇਰੇ ਹੁਕਮ ਦੀ ਪਾਲਣਾ ਕਰਦੇ ਨੇ। ਸ਼ਲੋਕ ਮਹਿਲਾ ਤੀਜਾ, ਹੁਕਮ ਨ ਜਾਣੈ ਬਹੁਤਾ ਰੋਵੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਸੰਸਾਰ ਨੂੰ ਮਨਮੁਖਾਂ ਦੀ ਗੱਲ ਵੀ ਨਾਲ ਨਾਲ ਬਾਰ-ਬਾਰ ਸਾਨੂੰ ਸੁਚੇਤ ਕਰ ਦਿੰਦੇ ਨੇ। ਕਹਿੰਦੇ ਵੀ ਜਿਹੜੀ ਆਤਮਾ ਇਹ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਪਛਾਣਦੀ, ਉਹ ਸਦਾ ਹੀ ਇਹ ਇੱਥੇ ਰੋਂਦੀ ਹੀ ਰਹਿੰਦੀ, ਕਰਲਾਉਂਦੀ ਹੀ ਰਹਿੰਦੀ ਹੈ। ਅੰਦਰ ਧੋਖਾ ਨੀਂਦ ਨਾ ਸੋਵੈ। ਕਾਰਨ ਕੀ ਕਿ ਅੰਦਰ ਤਾਂ ਉਹਦੇ ਧੋਖਾ ਚੱਲਣ ਡਿਆ ਹੁੰਦਾ, ਵਿਕਾਰ ਚੱਲਣ ਡਿਆ ਹੁੰਦੇ ਹਨ, ਤੇ ਵੀ ਇਸ ਕਰਕੇ ਉਸ ਨੂੰ ਆਨੰਦ ਦੀ ਨੀਂਦ ਕਿੱਥੋਂ ਆਵੇਗੀ। ਜੇ ਤਨ ਖਸਮੈ ਚਲੈ ਰਜਾਈ। ਜਿਹੜੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਤਮਾ ਚੱਲ ਰਹੀ ਹੈ, ਔਰਤ ਰੂਪੀ, ਦਰ ਕਰ ਸੋਭਾ ਮਹਲ ਬੁਲਾਈ। ਉਸ ਦੀ ਇਦੂ ਸੰਸਾਰ ਤੇ ਵੀ ਵਡਿਆਈ ਹੁੰਦੀ ਤੇ ਪਰਲੋਕ ਦੇ ਵਿੱਚ ਵੀ ਵਡਿਆਈ ਹੋ ਕੇ ਉਸ ਨੂੰ ਆਪਣੇ ਪਤੀ ਪਰਮਾਤਮਾ ਦੇ ਚਰਨਾਂ ਦਾ ਆਨੰਦ ਮਿਲ ਜਾਂਦਾ ਹੈ। ਨਾਨਕ ਕਰਮੀ ਇਹ ਮਤ ਪਾਈ। ਨਿਰੰਕਾਰ ਕਹਿੰਦੇ ਨੇ ਉੱਚੇ ਸੁੱਚੇ ਕਰਮ ਕਰਨ ਦੇ ਨਾਲ ਹੀ ਤੈਨੂੰ ਇਹ ਮਤ ਪ੍ਰਾਪਤ ਹੋਵੇਗੀ, ਇਸ ਦਾ ਗਿਆਨ ਤੈਨੂੰ ਪ੍ਰਾਪਤ ਹੋਵੇਗਾ। ਗੁਰ ਪ੍ਰਸਾਦੀ ਸੱਚ ਸਮਾਈ। ਫਿਰ ਤੂੰ ਗੁਰੂ ਦੀ ਕਿਰਪਾ ਦੇ ਨਾਲ ਉਹ ਸੱਚਾ ਜੀਵਨ ਬਤੀਤ ਕਰਦੇ ਕਰਦੀ ਸੱਚ ਦੇ ਵਿੱਚ ਹੀ ਮੇਰੀ ਇਹ ਆਤਮਾ ਸਮਾ ਜਾਵੇਗੀ। ਮਹਿਲਾ ਤੀਜਾ, ਮਨ ਮੁਖ ਨਾਮ ਵਿਹੂਣਿਆ, ਰੰਗ ਕੁਸੰਬਾ ਦੇਖ ਨਾ ਭੁੱਲ। ਜਿਹੜੇ ਮਨਮੁਖ ਨੇ, ਜਿਹੜੇ ਕਿ ਰਾਹ ਤੋਂ ਵਿਰਾਹੇ ਹੋ ਚੁੱਕੇ ਨੇ, ਗਿਆਨ ਤੋਂ ਅੰਧੇ ਹੋ ਚੁੱਕੇ ਨੇ, ਉਹਨਾਂ ਨੂੰ ਨਾਮ ਬਾਰੇ ਕੋਈ ਗਿਆਨ ਹੀ ਨਹੀਂ ਹੈ, ਕਿਉਂਕਿ ਉਹ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਜਾਂ ਜਿਹੜੇ ਸਤਿਗੁਰ ਦੇ ਵੱਲੋਂ ਬਖਸ਼ੇ ਹੋਏ ਨੇ ਉਹਨਾਂ ਦੇ ਕੋਲ ਜਾ ਕੇ ਉਹ ਨਾਮ ਦਾ ਗਿਆਨ ਲੈਣਾ ਨਹੀਂ ਚਾਹੁੰਦੇ। ਤਾਂ ਉਹ ਜਿਹੜਾ ਆ ਕੁਸੁੰਭਾ ਰੰਗ ਆ, ਕੱਚਾ ਰੰਗ ਆ ਸੰਸਾਰ ਦਾ, ਇਸ ਨੂੰ ਦੇਖ ਦੇਖ ਕੇ ਉਹ ਇਹ ਭੁੱਲ ਚੁੱਕੇ ਨੇ
ਕਿ ਜਿਹੜਾ ਕਿ ਇਹ ਰੰਗ ਇੱਕ ਸੁੰਭਾ ਹੈ, ਇਹ ਕੱਚਾ ਰੰਗ ਹੈ, ਇੱਕ ਦਿਨ ਇਸ ਨੇ ਸਾਡਾ ਸਾਥ ਛੱਡ ਦੇਣਾ ਹੈ। ਇਸ ਕਾ ਰੰਗ ਦਿਨ ਥੋੜਿਆ, ਸ਼ੋਸ਼ਾ ਇਸ ਦਾ ਮੁੱਲ। ਥੋੜੇ ਦਿਨ ਇਹ ਚਹਿਲ ਵੱਲ ਰਹਿੰਦੀ ਹੁੰਦੀ ਹੈ। ਕਿੰਨੇ ਇੱਥੇ ਸੰਸਾਰ ਤੇ ਆਏ ਜਿਨ੍ਹਾਂ ਨੇ ਬੜਾ ਕੁਝ ਕੀਤਾ, ਆਣ ਕੇ ਬੜੇ ਡਾਂਗ ਆਪਣੀ ਵਜਾਈ, ਪਰ ਅੱਜ ਕੌਣ ਯਾਦ ਕਰਦਾ ਉਹਨਾਂ ਨੂੰ? ਕੋਈ ਨਹੀਂ ਯਾਦ ਕਰਦਾ। ਤੇ ਮਹਾਰਾਜ ਵੀ ਇੱਥੇ ਕਹਿੰਦੇ ਨੇ ਵੀ ਇਹ ਰੰਗ ਜਿਹੜਾ ਨਾ ਕੁਸੁੰਬਾ ਰੰਗ ਹੈ, ਥੋੜੇ ਦਿਨ ਹੁੰਦਾ, ਇੱਕ ਦੋ ਧੋ ਦੇ ਉੱਤੇ ਲੈ ਜਾਂਦਾ, ਤੇ ਇਹਦੀ ਕੀਮਤ ਵੀ ਸ਼ੋਸ਼ਾ ਇਸ ਦਾ ਮੂਲ, ਇਸ ਦੀ ਤੁਛ ਮਾਤਰ ਵੀ ਕੀਮਤ ਨਹੀਂ ਪੈਂਦੀ। ਦੂਜਾ ਲੱਗੇ ਪਚ ਮੂਏ, ਮੂਰਖ ਅੰਧ ਗਵਾਰ। ਜਿਹੜੇ ਭਾਈ ਮਨੁੱਖ ਇਸ ਤਰ੍ਹਾਂ ਦੂਸਰੇ ਪਾਸੇ ਲੱਗੇ ਹੋਏ ਨੇ, ਰਾਹ ਤੋਂ ਭਟਕ ਚੁੱਕੇ ਨੇ, ਉਹ ਸੰਸਾਰ ਦੇ ਉੱਤੇ ਅਗਿਆਨ ਦੇ ਹਨੇਰੇ ਦੇ ਵਿੱਚ ਅੰਨੇ ਨੇ, ਮੂਰਖ ਨੇ, ਗਵਾਰ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਗਵਾਰ ਲੱਗਦੇ, ਕਹਿੰਦੇ ਉਹ ਖਪ ਕੇ ਚਿੰਤਾ ਦੇ ਰੋਗ ਲਵਾ ਕੇ, ਹੋਰ ਅਨੇਕਾਂ ਤਰ੍ਹਾਂ ਦੇ ਰੋਗ ਲਵਾ ਕੇ ਇਹ ਸੰਸਾਰ ਤੇ ਮਰ ਗਏ ਹਨ। ਬਿਸਤਾ ਅੰਦਰ ਕੀਟ ਸੇ ਪਏ ਪਚ ਹੈ ਵਾਰੋ ਵਾਰ। ਉਹਨਾਂ ਦਾ ਹਾਲ ਤਾਂ ਇਸ ਤਰ੍ਹਾਂ ਜਿੱਦਾਂ ਗੰਦਗੀ ਦੇ ਵਿੱਚ ਕੀੜਾ ਪਿਆ ਹੁੰਦਾ ਹੈ, ਗੰਦਗੀ ਹੀ ਖਾਂਦਾ, ਗੰਦਗੀ ਦੇ ਵਿੱਚ ਮਰ ਜਾਂਦਾ, ਮੁੜ ਕੇ ਫੇਰ ਗੰਦਗੀ ਦੇ ਵਿੱਚ ਹੀ ਖਪਦਾ ਰਹਿੰਦਾ ਹੈ। ਨਾਨਕ ਨਾਮ ਰਤੇ ਸੇ ਰੰਗੁਲੇ, ਗੁਰ ਕਾ ਸਹਿਜ ਸੁ ਪਾਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਜੀਵਨ ਨੂੰ ਪਹਿਚਾਣ ਲਿਆ ਔਰ ਨਿਰੰਕਾਰ ਦੇ ਕੋਲੋਂ ਉਹਨਾਂ ਨੂੰ ਨਾਮ ਹਾਸਲ ਹੋ ਗਿਆ, ਉਹ ਨਾਮ ਦੇ ਵਿੱਚ ਰੰਗੇ ਗਏ। ਜਿਹੜੇ ਉਹ ਰੰਗੇ ਗਏ ਉਹ ਫੇ ਆਨੰਦ ਵਾਲਾ ਜੀਵਨ ਬਤੀਤ ਕਰਕੇ ਸੰਸਾਰ ਤੋਂ ਜਾਂਦੇ ਹਨ। ਭਗਤੀ ਰੰਗ ਨਾ ਉਤਰੈ, ਸਹਜੇ ਰਹਿ ਸਮਾਏ। ਵਾਹਿਗੁਰੂ ਜੀ ਇਹ ਵੀ ਨਾਲ ਗਿਆਨ ਦੇ ਦਿੰਦੇ ਨੇ ਵੀ ਭਗਤੀ ਤੂੰ ਕਰਨੀ ਆ, ਪਰ ਰੰਗ ਮੈਂ ਚਾੜਨਾ। ਜਿਹੜਾ ਮੈਂ ਤੈਨੂੰ ਇੱਕ ਵਾਰੀ ਰੰਗ ਚਾੜ ਦੇਵਾਂਗਾ ਨਾ, ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਲਾ ਨਹੀਂ ਸਕੇਗੀ। ਇਹ ਭਗਤੀ ਦਾ ਰੰਗ ਕਦੀ ਉਤਰਦਾ ਨਹੀਂ, ਭਾਵੇਂ ਸਿਰ ਤੇ ਆਰੇ ਚੱਲਦੇ ਹੁਣ, ਜਾਂ ਤੋਪਾਂ ਮੋਰੇ ਗੋਲੀਆਂ ਮੋਰੇ ਖੜਨਾ ਪੈ ਜਾਵੇ। ਪੌੜੀ ਸਿਸ਼ਟ ਉਪਾਈ ਸਭ ਤੁਧ, ਆਪੇ ਰਿਜਕ ਸੰਭਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਵਾਹਿਗੁਰੂ ਹੈ। ਉਸ ਨੇ ਸਭ ਕੁਝ ਬਣਾਇਆ ਹੋਇਆ ਹੈ ਔਰ ਉਸ ਨੇ ਹੀ ਸਾਰਿਆਂ ਨੂੰ ਰਿਜ਼ਕ ਵੀ ਦੇ ਰਿਹਾ, ਉਹ ਆਪ ਹੀ ਹੈ। ਇੱਕ ਵਲ ਛਲ ਕਰ ਕੈ ਖਾਮੰਦਾ, ਮੂੰਹੋਂ ਕੂੜ ਕੁਸਤ ਤਿਨੀ ਢਾਹਿਆ। ਕਈ ਐਸੇ ਮਨੁੱਖ ਹੁੰਦੇ ਨੇ ਸੰਸਾਰ ਦੇ ਉੱਤੇ ਜਿਹੜੇ ਕਿ ਵਲ ਛਲ ਕਰਕੇ, ਚਤਰਾਈਆਂ ਕਰਕੇ ਖਾਂਦੇ ਨੇ, ਮਾੜਾ ਖਾਂਦੇ ਨੇ ਔਰ ਮਾੜਾ ਹੀ ਪਹਿਨਦੇ ਨੇ, ਜਿਹੜਾ ਕਿ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦਾ ਨੇ। ਤੇ ਫਿਰ ਨਾਲ ਕੀ ਕਰਦੇ ਨੇ? ਮੂੰਹੋਂ ਕੂੜ ਕੁਸਤ ਢਾਇਆ, ਤੇ ਹਰ ਵੇਲੇ ਝੂਠ ਹੀ ਬੋਲੀ ਜਾਂਦੇ ਨੇ, ਝੂਠ ਹੀ ਬੋਲ ਕੇ ਆਪਣੀ ਵਡਿਆਈ ਕਰਵਾਈ ਜਾਂਦੇ ਹਨ। ਤੁਧ ਆਪੇ ਭਾਵੈ ਸੋ ਕਰਹਿ, ਤੁਧ ਉਤੈ ਕੰਮ ਓਏ ਲਾਇਆ। ਵਾਹਿਗੁਰੂ ਜੀ ਕਹਿੰਦੇ ਨੇ ਕਿ ਇਹ ਵੀ ਉਹਦੀ ਰਜ਼ਾ ਹੈ, ਇਹ ਵੀ ਉਹਦੇ ਹੁਕਮ ਹੈ, ਸਭ ਕੁਝ ਹੈ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੈ। ਮਨਮੁਖ ਵੀ ਜਿਹੜੇ ਕੰਮ ਕਰ ਰਹੇ ਨੇ ਕਿ ਇਹਨਾਂ ਨੂੰ ਦੇਖ ਕੇ, ਇਹਨਾਂ ਨੂੰ ਚਿੰਤਾ ਲੱਗੀ ਹੋਈ ਦੇਖ ਕੇ, ਇਹਨਾਂ ਨੂੰ ਹੋਰ ਰੋਗ ਲੱਗੇ ਦੇ ਕੇ ਦੁਨੀਆ ਦੇ ਲੋਕ ਸੁਚੇਤ ਹੋ ਜਾਣ। ਜੋ ਇਹ ਕਰਮ ਕਰ ਰਹੇ ਨੇ ਉਹ ਕਰਮ ਉਹ ਨਾ ਕਰਨ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਕੋਲੋਂ ਸਭ ਕੁਝ ਜੋ ਕਰਵਾ ਰਹੇ ਤੁਸੀਂ ਹੀ ਕਰਵਾ ਰਹੇ ਹੋ। ਇਹਨਾਂ ਨੂੰ ਜਿਹੜੇ ਕੰਮ ਦੇ ਵਿੱਚ ਤੁਸੀਂ ਲਾਉਣਾ ਆਪ ਹੀ ਲਾ ਕੇ ਰੱਖਿਆ ਹੋਇਆ ਹੈ। ਇਕ ਨਾ ਸੱਚ ਬੁਝਾਇਓਨ, ਤਿਨਾ ਅਟੁੱਟ ਭੰਡਾਰ ਦਿਵਾਇਆ। ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ, ਮਿਹਰ ਹੋ ਜਾਂਦੀ, ਉਹ ਵੀ ਸੱਚ ਨੂੰ ਪਹਿਚਾਣ ਲੈਂਦੇ ਨੇ, ਆਪ ਜੀ ਨੂੰ ਪਹਿਚਾਣ ਲੈਂਦੇ ਨੇ। ਸਤਿਗੁਰ ਜੀ ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਪਹਿਚਾਣਿਆ ਜਾ ਸਕਦਾ। ਜਿਹੜੇ ਫਿਰ ਪਹਿਚਾਣ ਲੈਂਦੇ ਨੇ ਉਹਨਾਂ ਨੂੰ ਅਟੁੱਟ ਨਾ ਮੁੱਕਣ ਵਾਲੇ ਭੰਡਾਰੇ ਆਨੰਦਮਈ ਬਖਸ਼ ਦਿੰਦੇ ਹੋ। ਹਰ ਚੇਤ ਖਾਹੇ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਵਾਹਿਗੁਰੂ ਜੀ ਕਹਿੰਦੇ ਨੇ ਹਰ ਚੇਤ ਖਾਹੇ ਤਿਨ ਸਫਲ ਹੈ। ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਮੂਹਰੇ ਅਰਦਾਸ ਕਰਕੇ ਜੋ ਵੀ ਪਦਾਰਥ ਨੇ ਉਹਨਾਂ ਨੂੰ ਸੇਵਨ ਕੀਤਾ। ਜਦੋਂ ਆਪਾਂ ਭੋਜਨ ਖਾਣ ਲੱਗਦੇ ਨੇ, ਅਰਦਾਸ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋੜਨਾ ਵਿਗੰਤ ਭਰੇ ਭੰਡਾਰ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨ ਚੱਲੀ ਨਾਲ ਖਸਮ ਚੱਲੇ ਅਰਦਾਸ। ਜਿਸ ਵੇਲੇ ਵੀ ਅਸੀਂ ਇਸ ਤਰ੍ਹਾਂ ਕਰਕੇ ਜਿਹੜਾ ਭੋਜਨ ਛਕਦੇ ਹਾਂ
ਉਹ ਵੀ ਨਾਲ ਅਸੀਂ ਸੁਚੇਤ ਹੁੰਦੇ, ਸਾਨੂੰ ਪਤਾ ਹੁੰਦਾ ਵੀ ਕਿਹੜੇ ਭੋਜਨ ਦੇ ਨਾਲ ਅੰਦਰ ਕੋਈ ਵਿਕਾਰ ਨਹੀਂ ਪੈਦਾ ਹੋਣਾ। ਉਹ ਫਿਰ ਸਾਡਾ ਖਾਧਾ ਸਤਿਗੁਰ ਸੱਚੇ ਕਹਿੰਦੇ ਨੇ, ਚਾਚਾ ਕਹਿੰਦੇ ਨੇ ਉਹ ਇੱਥੇ ਖਾਧਾ ਸਫਲ ਹੈ। ਤੇ ਅਚੇਤਾ ਹੱਥ ਤੜਾਇਆ ਤੇ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਪਰਮਾਤਮਾ ਨੂੰ ਭੁੱਲ ਕੇ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਸੇਵਨ ਕਰਦੇ ਨੇ, ਕਹਿੰਦੇ ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ, ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ। ਕਿਰਪਾ ਕਰਨੀ ਅੱਜ ਇਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਬਾਣੀ ਪੜ੍ਹਦਿਆਂ ਤੋਂ ਵਿਚਾਰ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨਾ। ਅੰਤ ਦੇ ਉੱਤੇ ਮੈਂ ਸਾਰੀ ਸੰਗਤ ਜਿਹੜੇ ਬੇਅੰਤ ਗੁਰਮੁਖ ਪਿਆਰੇ ਮਾਤਾਵਾਂ ਭੈਣਾਂ ਨੇ ਦਾਸਾਂ ਦੇ ਵਾਸਤੇ ਅਰਦਾਸਾਂ ਕੀਤੀਆਂ, ਇੱਥੇ ਤੱਕ ਵੀ ਬੇਅੰਤ ਸੁਖਮਨੀ ਸਾਹਿਬ ਦੇ ਪਾਠ ਕਰ ਕਰਕੇ ਵੀ ਸਾਡੇ ਖਜ਼ਾਨੇ ਦੇ ਵਿੱਚ ਉਹਨਾਂ ਨੇ ਪਾਏ ਵੀ ਅਸੀਂ ਆ ਤੁਹਾਡੀ ਸੇਵਾ ਦੇ ਵਿੱਚ ਲੱਗੇ ਰਹੀਏ। ਮੈਂ ਰੋਮ ਰੋਮ ਕਰਕੇ ਨਿਰੰਕਾਰ ਦਾ ਸ਼ੁਕਰਾਨਾ ਕਰਦਾ ਕਿ ਮੈਨੂੰ ਇਸ ਤਰ੍ਹਾਂ ਦੇ ਪਿਆਰਿਆਂ ਦਾ ਸਤਿਗੁਰੂ ਜੀ ਆਪ ਨੇ ਸਾਨੂੰ ਦੋਨਾਂ ਨੂੰ ਸੰਗ ਬਖਸ਼ਿਸ਼ ਕੀਤਾ ਹੈ। ਔਰ ਮੈਂ ਆਪ ਨੂੰ ਰੋਮ ਰੋਮ ਕਰਕੇ ਨਮਸਕਾਰ ਕਰਦਾ ਹਾਂ ਕਿ ਤੁਸੀਂ ਇਹ ਜਿਤਾਇਆ ਕਿ ਤੁਹਾਨੂੰ ਇਹ ਜਿਹੜੀ ਸੇਵਾ ਹੈ ਤੇ ਸਾਡੇ ਨਾਲ ਪਿਆਰ ਕਿੰਨਾ ਹੈ। ਪਰ ਮੈਂ ਫਿਰ ਵੀ ਬੇਨਤੀ ਇਹੀ ਕਰਦਾ, ਕਿਸੇ ਜੀਵਨ ਵਾਲੇ ਸਾਡੇ ਵਰਗੇ ਦੇ ਨਾਲ ਨਾ ਪਿਆਰ ਪਾਓ, ਪਿਆਰ ਪਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਨਾਲ। ਕੁਦਰਤ ਦੇ ਮੋਰੇ, ਅਕਾਲ ਪੁਰਖ ਦੇ ਮੋਰੇ ਅਰਦਾਸ ਕਰੋ, ਉਦੋਂ ਅਰਦਾਸ ਦੇ ਉੱਤੇ ਭਰੋਸਾ ਰੱਖੋ, ਯਕੀਨ ਰੱਖੋ। ਕੀ ਹੋ ਅੰਤ ਦੇ, ਕੀ ਸਭ ਤੋਂ ਵੱਡਾ ਕੀ ਹੋਊ ਆਪਾਂ ਨੂੰ? ਇਹੀ ਹੋ ਜਿਹੜੀ ਮੌਤ ਸਤਿਗੁਰਾਂ ਨੇ ਸਾਡੇ ਦੇ ਵਿੱਚ ਲਿਖੀ ਹੋਈ ਆ, ਜਿਹਦੇ ਬਾਰੇ ਸਾਨੂੰ ਗਿਆਨ ਹੀ ਕੋਈ ਨਹੀਂ, ਅਸੀਂ ਕਿੰਨੇ ਸਵਾਸ ਇੱਥੇ ਲੈਣੇ ਨੇ, ਉਹੀ ਆਏਗੀ। ਪਰ ਜੇ ਅਸੀਂ ਉਹ ਜਿਹੜੀ ਵੀ ਸਮਾਂ ਹੈ ਉਹਦੀ ਬੰਦਗੀ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ, ਉਹਦੀ ਯਾਦ ਦੇ ਵਿੱਚ ਤਾਵਾਂਗੇ, ਭਾਈ ਇੱਥੇ ਸਾਨੂੰ ਜਾਮਣ ਕੇ ਕਦੀ ਲੈ ਕੇ ਨਹੀਂ ਜਾਣਗੇ। ਭਰੋਸਾ ਰੱਖੋ ਗੁਰੂ ਗ੍ਰੰਥ ਸਾਹਿਬ ਤੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਸੀਂ ਕੋਈ ਹਉਮੈ ਦੇ ਵਿੱਚ ਬਚਨ ਨਹੀਂ ਕਰਦੇ, ਪ੍ਰੇਮ ਦੇ ਵਿੱਚ ਬਚਨ ਕਰਦੇ ਗੁਰੂ ਦੇ ਮੋਰੇ। ਇਹ ਨਿਰੰਕਾਰ ਜਿੱਥੇ ਸਾਡੀ ਤੁਸੀਂ ਲਾਜਪਤ ਰੱਖੀ ਹੈ, ਸਾਰੇ ਸੰਸਾਰ ਦੀ ਲਾਜਪਤ ਰੱਖੋ। ਸਤਿਗੁਰ ਸੱਚੇ ਪਾਤਸ਼ਾਹ ਜੀ ਆਏ ਹੋਏ ਸੰਕਟਾਂ ਨੂੰ ਦੂਰ ਕਰਨ ਵਾਲੇ ਤੁਸੀਂ ਹੀ ਹੋ, ਤੁਸੀਂ ਸੰਕਟ ਭੇਜਣ ਵਾਲੇ ਹੋ, ਤੁਸੀਂ ਹੀ ਖਤਮ ਕਰਨ ਵਾਲੇ ਹੋ। ਕਿਰਪਾ ਕਰੋ, ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।